ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੈਹੂੰ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਾਰ ਸਿਫਤ ਤੁਮਾਰੀ, ਆਪ ਲੈਹੋ ਤੁਮ ਕਥਾ ਸੁਧਾਰੀ। ਸਤਿਨਾਮ ਵਾਹਿਗੁਰੂ ਜੀ। ਟੋਡੀ ਮਹੱਲਾ ਨਾਵਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਕਹੋ ਕਹਾ ਆਪਣੀ ਅਧਮਾਈ, ਉਰਜਿਓ ਕਨਕ ਕਾਮਨੀ ਕੇ ਰਸ। ਨਹਿ ਕੀਰਤ ਪ੍ਰਭ ਗਾਈ ਰਹਾਉ, ਜਗ ਝੂਠੇ ਕੋ ਸਾਚ ਜਾਨ ਕੈ। ਤਾਂ ਸਿਉ ਰੁਚ ਉਪਜਾਈ, ਦੀਨ ਬੰਦ ਸਿਮਰਿਓ ਨਹੀਂ ਕਬਹੂੰ। ਹੋ ਤੁਜ ਸੰਗ ਸਹਾਈ, ਮਗਨ ਰਹਿਓ ਮਾਇਆ ਮੈਂ ਨਿਸ ਦਿਨ। ਛੁੱਟੀ ਨਾ ਮਨ ਕੀ ਕਾਈ, ਕਹਿ ਨਾਨਕ ਅਬ ਨਾਹਿ ਅਨਤ ਗਤ। ਬਿਨ ਹਰਿ ਕੀ ਸਰਨਾਈ, ਮਗਨ ਰਹਿਓ ਮਾਇਆ ਮੈਂ ਨਿਸ ਦਿਨ। ਛੁੱਟੀ ਨ ਮਨ ਕੀ ਕਾਈ, ਕਹਿ ਨਾਨਕ ਅਬ ਨਾਹਿ ਅਨਤ ਗਤ। ਬਿਨ ਹਰਿ ਕੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 718 ਤੇ ਸੁਸ਼ੋਭਿਤ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਟੋਡੀ ਰਾਗ ਦੇ ਵਿੱਚ ਕਿਰਪਾ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ। ਪਹਿਲੋਂ ਅਕਾਲ ਪੁਰਖ ਪ੍ਰਮਾਤਮਾ ਪਰਮੇਸ਼ਰ ਦਾ ਮੰਗਲ ਹੈ। ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਰੱਬ ਇੱਕ ਹੈ, ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਇੱਕ ਤੋਂ ਅਨੇਕਾਂ ਰੂਪ ਹੋ ਕਰਕੇ ਉਹ ਪਸਰਿਆ ਹੋਇਆ ਹੈ। ਸੋ ਅਨੇਕ ਤੋਂ ਏਕ ਹੈ, ਇਹ ਉਹਦੀ ਖਾਸੀਅਤ ਹੈ। ਤੇ ਓੰ ਪ੍ਰਕਾਸ਼ਕ ਹੈ, ਪ੍ਰਕਾਸ਼ਮਾਨ ਹੈ, ਜਿੱਥੇ ਹਮੇਸ਼ਾ ਹੀ ਚਾਨਣ ਹੈ, ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਮਾਇਆ ਤਾਂ ਉਹਦੀ ਖਸਮ ਦੀ ਕੀਤੀ ਹੋਈ ਹੈ ਨਾ, ਤੇ ਫਿਰ ਮਾਇਆ ਦਾ ਕਿਵੇਂ ਪ੍ਰਭਾਵ ਪੈ ਸਕਦਾ? ਉਂਝ ਮਾਇਆ ਨੇ ਤਾਂ ਸਾਰਿਆਂ ਨੂੰ ਮੋਹਿਆ ਹੋਇਆ ਹੈ। ਗੁਰਬਾਣੀ ਵਿੱਚ ਜ਼ਿਕਰ ਆਉਂਦਾ ਜਦੋਂ ਮਾਇਆ ਦੀ ਤਾਕਤ ਦਾ, ਮਹਾਰਾਜ ਕਹਿੰਦੇ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਓ। ਜਿਸ ਮਾਇਆ ਨੇ ਖੰਡਾਂ ਬ੍ਰਹਮੰਡਾਂ ਨੂੰ ਮੋਹਿਆ ਹੋਇਆ, ਹਰ ਇੱਕ ਨੂੰ ਮੋਹ ਲਿਆ। ਬੜੇ ਬੜੇ ਗੁਣੀ ਗਿਆਨੀ ਰਿਸ਼ੀ ਮੁਨੀ ਸਾਧੂ ਮਹਾਤਮਾ ਆਥ ਦੇਖ ਨਿਭੈ ਜਿਸ ਦੋਏ, ਚਾਹੇ ਗ੍ਰਸਤੀ ਹੈ ਚਾਹੇ ਕੋਈ ਸਾਧੂ ਹੈ, ਮਾਇਆ ਨੇ ਸਾਰੇ ਮੋਹ ਲਿਆ, ਸਾਰੇ ਇਹਦੇ ਅੱਗੇ ਨਿਭਦੇ ਪਏ ਨੇ। ਬਹੁਤ ਬਿਰਲੇ ਨੇ ਜਿਨ੍ਹਾਂ ਨੇ ਮਾਇਆ ਨੂੰ ਦਾਸੀ ਬਣਾਇਆ। ਭਗਤਾਂ ਦੀ ਦਾਸੀ ਬਣਦੀ, ਰੱਬ ਦੀ ਦਾਸੀ ਆ ਤੇ ਫਿਰ ਭਗਤਾਂ ਦੀ ਵੀ ਦਾਸੀ ਹੈ। ਪਰ ਆਪਣੇ ਆਪ ਤਾਂ ਕੋਈ ਭਗਤ ਨਹੀਂ ਬਣ ਸਕਦਾ ਨਾ। ਸੋ ਲਿਖਣ ਦੇ ਨਾਲ ਕਹਿਣ ਦੇ ਨਾਲ ਕੋਈ ਭਗਤ ਨਹੀਂ ਬਣ ਸਕਦਾ। ਭਗਤ ਦੀ ਨਿਸ਼ਾਨੀ ਮਹਾਰਾਜ ਨੇ ਦੱਸੀ ਹੋਈ ਹੈ, ਨਾਨਕ ਭਗਤਾਂ ਸਦਾ ਵਿਗਾਸ। ਭਗਤ ਕੀ ਤੇ ਚਿੰਤਾ ਕੀ, ਫਿਕਰ ਕੀ, ਸਵਾਲ ਹੀ ਨਹੀਂ ਪੈਦਾ ਹੁੰਦਾ ਭਗਤ ਨੂੰ ਕੋਈ ਚਿੰਤਾ ਹੋਵੇ, ਕੋਈ ਫਿਕਰ ਹੋਵੇ। ਸੋ ਉਸ ਦੇ ਅੰਦਰ ਤਾਂ ਹਰ ਵਕਤ ਇੱਕ ਵਿਗਾਸ, ਖੁਸ਼ੀ ਹੁੰਦੀ ਹੈ, ਇੱਕ ਖੇੜਾ ਹੁੰਦਾ ਹੈ। ਰੱਬੀ ਚੋਜ ਵੇਖ ਕੇ, ਕੌਤਕ ਵੇਖ ਕੇ, ਉਹਦੇ ਰੰਗ ਤਮਾਸ਼ੇ ਵੇਖ ਕੇ ਭਗਤ ਤਾਂ ਆਨੰਦ ਲੈਂਦਾ, ਖੁਸ਼ ਹੁੰਦਾ। ਤਮਾਸ਼ਾ, ਇਹ ਜਗਤ ਤਮਾਸ਼ਾ। ਸੋ ਭਗਤ ਜਨ ਇਸ ਨੂੰ ਤਮਾਸ਼ੇ ਦੇ ਰੂਪ ਵਿੱਚ ਵੇਖਦੇ ਨੇ, ਤਮਾਸ਼ਾ ਹੈ। ਤੇ ਤਮਾਸ਼ੇ ਨੂੰ ਵੇਖ ਕੇ ਫਿਰ ਖੁਸ਼ ਹੁੰਦੇ ਨੇ, ਅੰਦਰੋਂ ਪ੍ਰਸੰਨ ਹੁੰਦੇ ਨੇ। ਸੁਰ ਨਰ ਮੁਨ ਜਨ ਕੌਤਕ ਆਏ, ਜਿਹਨੂੰ ਭਗਤ ਜਨ ਕਹਿੰਦੇ ਨੇ ਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਟ ਤੇਤੀ ਸੋ ਜਾਨਾ। ਸੋ ਸਾਰੇ ਉਹਦੇ ਕੌਤਕ ਹੀ ਨੇ, ਚਾਹੇ ਦੇਵੀ ਦੇਵਤੇ ਰਿਸ਼ੀ ਮੁਨੀ 33 ਕਰੋੜ ਦੇਵਤੇ ਜੋ ਵੀ ਜਿੰਨੇ ਵੀ ਨੇ ਸਾਰੇ ਉਹਦੇ ਕੌਤਕ ਨੇ। ਉਹਦਾ ਚੋਜ ਹੈ, ਉਹਦਾ ਤਮਾਸ਼ਾ ਹੈ, ਉਹਦਾ ਹੀ ਕੀਤਾ ਹੋਇਆ ਸਾਰਾ ਤਮਾਸ਼ਾ ਹੈ। ਇਸ ਕਰਕੇ ਭਗਤ ਦੀ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ, ਉਹ ਸੰਸਾਰ ਨੂੰ ਤਮਾਸ਼ਾ ਸਮਝਦੇ ਹੋਏ ਹਮੇਸ਼ਾ ਅੰਦਰੋਂ ਖਿੜੇ ਹੋਏ ਰਹਿੰਦੇ ਨੇ। ਸੋ ਇਸ ਕਰਕੇ ਭਗਤ ਨੂੰ ਦੱਸਣ ਦੀ ਲੋੜ ਨਹੀਂ ਮੈਂ ਭਗਤ ਹੈ, ਤਾਂ ਉਹ ਭਗਤ ਭਗਤ ਜਗ ਵੱਜਿਆ। ਉਹ ਤਾਂ ਸਾਰੇ ਸੰਸਾਰ ਕੀ ਚੌਂ ਚੱਕਾਂ ਦੇ ਵਿੱਚ ਵੱਜ ਜਾਂਦਾ ਹੈ, ਚੌਂ ਚੱਕਾਂ ਦੇ ਵਿੱਚ ਉਹਦਾ ਡੰਕਾ ਵੱਜ ਜਾਂਦਾ ਹੈ। ਸੋ ਜਿਸ ਨੇ ਮਾਇਆ ਨੂੰ ਦਾਸੀ ਬਣਾ ਲਿਆ ਉਹ ਭਗਤ ਹੈ। ਉਹਦੇ ਅੰਦਰ ਹਮੇਸ਼ਾ ਗਿਆਨ ਦਾ ਚਾਨਣ ਹੁੰਦਾ। ਕਾਰ ਜਿਹੜੀ ਊੜੇ ਦੇ ਉੱਪਰ ਲਕੀਰ ਹੈ ਨਾ, ਕਾਰ। ਸੋ ਇਹਦਾ ਅਰਥ ਹੁੰਦਾ ਵੀ ਇੱਕ ਰਸ। ਜਦੋਂ ਅੰਦਰ ਗਿਆਨ ਪ੍ਰਗਟ ਹੁੰਦਾ ਹੈ, ਇਹਦਾ ਜੀਵਨ ਫਿਰ ਇੱਕ ਰਸ ਹੋ ਜਾਂਦਾ ਹੈ। ਦੁੱਖ ਸੁੱਖ ਦੇ ਵਿੱਚ ਸਮਾਨ ਹੋ ਜਾਂਦਾ, ਹਰਕ ਸੋਗ ਦੇ ਵਿੱਚ ਸਮਾਨ ਹੁੰਦਾ ਹੈ। ਸੋ ਸੋਨੇ ਮਿੱਟੀ ਦਾ ਕੋਈ ਫਰਕ ਨਹੀਂ, ਨਫਾ ਨੁਕਸਾਨ ਦਾ ਸੋ ਕੋਈ ਮਨ 'ਤੇ ਕਿਸੇ ਕਿਸਮ ਦੀ ਖੁਸ਼ੀ ਜਾਂ ਕੋਈ ਬੋਝ ਨਹੀਂ ਹੁੰਦਾ। ਬੜਾ ਆਨੰਦਮਈ ਜੀਵਨ ਹੋ ਜਾਂਦਾ, ਇੱਕ ਰਸ ਹੁੰਦਾ ਹੈ। ਸਤਿਗੁਰ, ਸਤਿਗੁਰ ਕਿਹਨੂੰ ਕਿਹਾ ਜਾਂਦਾ? ਜਿਸ ਨੇ ਸਤ ਪੁਰਖ ਨੂੰ ਜਾਣਿਆ ਉਸ ਨੂੰ ਸਤਿਗੁਰ ਕਿਹਾ ਜਾਂਦਾ ਹੈ। ਜਿਸ ਦੇ ਕੋਲ ਸੱਤ ਦਾ ਗਿਆਨ ਹੈ, ਸੱਤ ਦੀ ਸੋਝੀ ਹੈ, ਜਿਸ ਨੇ ਸੱਤ ਨੂੰ ਸਮਝ ਲਿਆ, ਉਹ ਜਿਸ ਨੇ ਜਾਣ ਲਿਆ ਕਿ ਸਾਰਾ ਕੁਝ ਅਸਤ ਹੈ, ਝੂਠ ਹੈ, ਇੱਕ ਕੇਵਲ ਨਾਮ ਹੀ ਸੱਤ ਹੈ।
ਸੋ ਇਹ ਸੱਤ ਦਾ ਗਿਆਨ ਜਿਹੜਾ ਆ ਉਹਦੀ ਕਿਰਪਾ ਦੇ ਨਾਲ ਆਉਂਦਾ ਪ੍ਰਸਾਦ। ਵਿਦਵਾਨ ਬਣ ਕੇ ਨਹੀਂ, ਬਹੁਤ ਜ਼ਿਆਦਾ ਨੌਲੇਜ ਹਾਸਲ ਕਰ ਲਓ ਵੀ ਸੱਤ ਦਾ ਗਿਆਨ ਮਿਲ ਜਾਊਗਾ, ਨਹੀਂ। ਸੱਤ ਦਾ ਗਿਆਨ ਜਿਸ ਨੂੰ ਤੂੰ ਪ੍ਰਸੰਨ ਹੋਏ, ਜਿਹਦੇ ਤੇ ਪ੍ਰਸੰਨ ਹੋ ਜਾਂਦਾ, ਉਹਨੂੰ ਉਹ ਸੱਤ ਦਾ ਗਿਆਨ ਬਖਸ਼ਿਸ਼ ਕਰ ਦਿੰਦਾ। ਸਤਿਗੁਰ ਪ੍ਰਸਾਦ, ਉਹਦੀ ਕਿਰਪਾ ਦੇ ਨਾਲ ਹੀ ਇਹ ਗਿਆਨ ਮਿਲਦਾ ਹੈ। ਗੁਰਬਾਣੀ ਸਾਰੀ ਸੱਤ ਦਾ ਗਿਆਨ ਹੈ। ਗੁਰਬਾਣੀ ਦੇ ਵਿੱਚ ਸੱਤ ਦੀ ਹੀ ਸੋਝੀ ਹੈ ਸਾਰੀ, ਸੱਤ ਦੇ ਸੰਬੰਧ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਗੁਰਬਾਣੀ ਦੇ ਵਿੱਚ। ਅਤੇ ਗੁਰਬਾਣੀ ਦਾ ਗਿਆਨ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ, ਪੜ੍ਹ ਲਿਖ ਕੇ ਤਾਂ ਹੁੰਦਾ ਨਹੀਂ। ਹਾਂ, ਸਟਾਰਟਿੰਗ ਹੋ ਜਾਂਦੀ ਹੈ, 4 ਅੱਖਰ ਪੜ੍ਹ ਲੈ ਗ੍ਰਾਮਰ ਦੁਆਰਾ। ਸੋ ਜੇ ਤਾਂ ਹਉਮੈ ਆ ਗਈ ਸੋ ਫਿਰ ਅੱਗੇ ਨਹੀਂ ਤੁਰ ਸਕਦਾ, ਅੰਦਰ ਦੀ ਯਾਤਰਾ ਨਹੀਂ ਕਰ ਸਕਦਾ। ਜੇ ਹਉਮੈ ਤੋਂ ਬਚਿਆ ਰਿਹਾ ਫਿਰ ਅਸਲ ਗਿਆਨ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ। ਫਿਰ ਅਸਲ ਗਿਆਨ ਅਸਲ ਗਿਆਨ ਜਿਹੜਾ ਸੱਤ ਦਾ ਗਿਆਨ, ਉਹਨੂੰ ਪੜ੍ਹਨਾ ਹੀ ਨਹੀਂ ਪੈਂਦਾ। ਜੋ ਸੱਤ ਦਾ ਗਿਆਨ ਆ ਉਹ ਸਾਰਾ ਅੰਦਰੋਂ ਹੀ ਪ੍ਰਗਟ ਹੁੰਦਾ ਫਿਰ। ਅਤੇ ਗੁਰਬਾਣੀ ਇਹ ਸਹਾਇਤਾ ਕਰਦੀ ਹੈ। ਗੁਰਬਾਣੀ ਤੋਂ ਬਿਨਾਂ ਅੰਦਰਲਾ ਸੱਤ ਦਾ ਗਿਆਨ ਪ੍ਰਗਟ ਨਹੀਂ ਹੋ ਸਕਦਾ ਹੈ। ਕਹੋ ਕਹ ਆਪਣੀ ਅਦਮਾਈ, ਸਾਡੇ ਜਿਹੜੇ ਕੰਮ ਨੇ ਅਦਮ ਨੇ, ਨੀਚਤਾਈ ਵਾਲੇ, ਅਦਮਾਈ ਹੈ ਨਾ। ਮੈਂ ਡਿੱਗ ਗਿਆ ਬੁਰੇ ਕੰਮਾਂ ਦੇ ਵਿੱਚ, ਬੁਰੇ ਕੰਮਾਂ 'ਚ ਫਸ ਗਿਆ। ਜੇ ਕੋਈ ਬੰਦਾ ਚੰਗੇ ਕੰਮ ਕਰਦਾ ਨਾ, ਉਹ ਚਾਹੁੰਦਾ ਕਿ ਮੈਨੂੰ 10 ਲੋਕ ਦੇਖਣ, ਹੈ ਨਾ, ਸੈਂਕੜਿਆਂ ਨੂੰ ਪਤਾ ਲੱਗੇ, ਹਜ਼ਾਰਾਂ ਨੂੰ ਪਤਾ ਲੱਗੇ ਕਿ ਮੈਂ ਕੰਮ ਕਰਦਾ ਪਿਆ। ਅਤੇ ਜਦੋਂ ਮਾੜੇ ਕੰਮਾਂ 'ਚ ਡਿੱਗ ਗਿਆ ਨਾ, ਮਾੜੇ ਕੰਮਾਂ 'ਤੇ ਉੱਦਾਂ ਤਾਂ ਜਿਹੜਾ ਚੰਗਾ ਬੰਦਾ ਤਾਂ ਉਂਝ ਵੀ ਸ਼ਰਮ ਕਰਦਾ ਜਦੋਂ ਕੋਈ ਮਾੜਾ ਕਰਮ ਹੋ ਗਿਆ। ਜਿਹੜਾ ਚੰਗਾ ਬੰਦਾ ਉਹ ਸ਼ਰਮ ਕਰਦਾ, ਮੇਰੇ ਕੋਲ ਤਾਂ ਬੜਾ ਮਾੜਾ ਹੋ ਗਿਆ, ਇਹ ਨਹੀਂ ਸੀ ਮੈਨੂੰ ਕਹਿਣਾ ਚਾਹੀਦਾ, ਮੈਨੂੰ ਕਰਨਾ ਚਾਹੀਦਾ। ਚੰਗੇ ਨੇ ਤਾਂ ਸ਼ਰਮ ਕਰਨੀ ਕਰਨੀ ਹੈ ਭਾਈ। ਜਿਹੜਾ ਮਾੜਾ ਬੰਦਾ ਉਹ ਵੀ ਮਾੜੇ ਕੰਮਾਂ ਤੋਂ ਸ਼ਰਮ ਕਰਦਾ, ਸੰਗ ਕਰਦਾ, ਮਾੜਾ ਬੰਦਾ ਵੀ, ਕਿਉਂਕਿ ਚੰਗਿਆਂ 'ਚ ਨਹੀਂ ਬਹਿ ਸਕਦਾ। ਸਮਾਜ ਵਿੱਚ ਸੋ ਚੰਗਿਆਂ 'ਚ ਬਵੇਗਾ ਤਾਂ ਇੱਜ਼ਤ ਬਣਨੀ ਹੈ। ਹੁਣ ਕੰਮ ਮਾੜੇ ਨੇ, ਬਣਾਉਣੀ ਇੱਜ਼ਤ ਹੈ। ਚੋਰਾਂ ਦੀ ਸਭਾ ਹੋਊਗੀ ਤਾਂ ਉਹਨੂੰ ਕਿਹੜਾ ਉਹਨਾਂ ਨੂੰ ਮੱਥੇ ਟੇਕੇਗਾ। ਚੋਰ ਤਾਂ ਚੋਰ ਹੀ ਹੁੰਦਾ, ਜਿੰਨਾ ਮਰਜ਼ੀ ਉਹਦੇ ਕੋਲ ਮਾਇਆ ਵੀ ਸੁੱਖ ਹੋਵੇ, ਸਮਾਜ ਵਿੱਚ ਇੱਜ਼ਤ ਨਹੀਂ ਪਾ ਸਕਦੇ ਨੇ ਜਿਹੜੇ ਚੋਰ ਨੇ। ਚੋਰ ਚੱਕੇ ਸਮਾਜ ਵਿੱਚ ਇੱਜ਼ਤ ਪਾ ਲੈਣਗੇ। ਸੋ ਉਹਨੂੰ ਚੋਰੀ ਦਾ ਕੰਮ ਜਿਹੜਾ ਆ ਉਹ ਛੁਪਾ ਕੇ ਕਰਨਾ ਪੈਂਦਾ, ਛੁਪਾ ਕੇ ਕਰਨੇ ਪੈਂਦੇ ਨੇ, ਫਿਰ ਚੰਗਿਆਂ 'ਚ ਬੈਠ ਸਕਦਾ। ਮਾੜਾ ਕੰਮ ਜਦੋਂ ਛੁਪਾ ਕੇ ਕਰਦਾ ਫਿਰ ਇਹ ਚੰਗਿਆਂ 'ਚ ਬਹਿ ਸਕਦਾ। ਇਸ ਕਰਕੇ ਮਾੜਾ ਕੰਮ ਕਹਿ ਕਿਵੇਂ ਸਕਦਾ? ਆਪਣੀ ਨੀਚਤਾਈ ਵਾਲੀ ਗੱਲ ਕਿਸੇ ਦਾ ਕਰ ਸਕਦਾ? ਕਰੇ ਨਹੀਂ ਸਕਦਾ। ਹੁਣ ਗੁਰੂ ਤੇਗ ਬਹਾਦਰ ਜੀ ਕਹਿੰਦੇ ਮੈਂ ਮਤਲਬ ਸਾਡੀ ਦਸ਼ਾ ਤਾਂ ਸਾਡੀ ਹੈ, ਇਸ ਮਨ ਦੀ ਦਸ਼ਾ ਹੈ ਵੀ ਕਿਹਦੇ ਕੋਲ ਆਪਣਾ ਨੀਚਤਾਈ ਵਾਲਾ ਕੰਮ ਕਰ। ਮਨ ਤਾਂ ਹਰ ਵਕਤ ਹੀ ਮਾੜੇ ਖਿਆਲ ਲਈ ਫਿਰਦਾ ਹੈ। ਜੇ ਮਹਾਰਾਜ ਨੇ ਕਹਿਣੀ ਨਹੀਂ ਸੀ ਇਹ ਗੱਲ, ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਔਗਣਾਂ ਦੇ ਤਾਂ ਭਰੇ ਹੋਏ ਆ। ਅਗਰ ਸੱਚਮੁੱਚ ਮਨ ਆਪਣੇ ਔਗਣਾਂ ਦਾ ਬਿਆਨ ਕਰਨਾ ਸ਼ੁਰੂ ਕਰ ਦੇਵੇ, ਇਹ ਔਗਣ ਨਹੀਂ ਖਤਮ ਹੋਣ ਲੱਗੇ, ਔਗਣ ਨਹੀਂ ਖਤਮ ਹੋਣ ਲੱਗੇ। ਇਹਦੀ ਜਿਹੜੀ ਸੋਚ ਹੈ ਬੜੀ ਭੈੜੀ ਹੈ, ਮਨ ਦੀ ਜਿਹੜੀ ਸੋਚ ਹੈ ਬੜੀ ਭੈੜੀ ਹੈ। ਉਹਦਾ ਵਿਖਿਆਨ ਕਰਨਾ ਸ਼ੁਰੂ ਕਰੇ, ਖਤਮ ਹੋਣਗੇ? ਕਿੱਥੇ ਖਤਮ ਹੋਣਗੇ? ਕਿਹਨੂੰ ਕਹਾਂ? ਕਹੋ ਕਹਾ ਆਪਣੀ ਅਧਮਾਈ, ਆਪਣੀ ਨੀਚਤਾਈ, ਆਪਣੀ ਮਾੜੀ ਸੋਚ ਕਿਹਦੇ ਨਾਲ ਮੈਂ ਸਾਂਝੀ ਕਰਾਂ? ਪੀਰੀ ਸਾਹਿਬ ਜੀ ਦੀ ਇੱਕ ਤੁਕ ਆਉਂਦੀ ਹੈ, ਉਹਨਾਂ ਨੇ ਇੱਕ ਬੜਾ ਵਧੀਆ ਰੁੱਖ ਬਣਾਇਆ ਨਾ ਭਗਤਾਂ ਦਾ। ਜਿਹੜੇ ਸੰਤ ਮਹਾਂਪੁਰਖ ਨੇ ਉਹਨਾਂ ਦਾ ਇੱਕ ਵੱਖਰਾ ਤਰੀਕਾ ਹੁੰਦਾ ਹੈ, ਜਿਹੜੇ ਸੱਚਮੁੱਚ ਹੁੰਦੇ ਨੇ ਉਹਨਾਂ ਦੀ ਗੱਲ ਹੈ। ਹੁਣ ਮੇਰੇ 'ਚ ਇੰਨੇ ਅਵਗੁਣ ਨੇ ਮੈਂ ਤਾਂ ਦੱਸੇ ਹੀ ਨਹੀਂ ਸਕਦਾ, ਹੈ ਨਾ। ਮੇਰਾ ਮਨ ਕਾਲਾ ਹੋਇਆ ਪਿਆ, ਕਾਲਾ ਹੋਆ ਸਿਆ। ਮੈਂ ਇੱਕ ਇੱਕ ਕਾਲਖ ਦਾ ਕਿਸ ਦੇ ਕੋਲ ਵਿਖਿਆਨ ਕਰਾਂ, ਨਹੀਂ ਕਰ ਸਕਦਾ। ਇਸ ਕਰਕੇ ਉਹਨਾਂ ਨੇ ਕਾਲੇ ਕੱਪੜੇ ਪਾ ਲਏ ਵੀ ਭਾਈ ਜਿੱਦਾਂ ਦੇ ਮੈਂ ਕੱਪੜੇ ਪਾਏ ਹੋਏ ਨੇ ਨਾ, ਇੱਦਾਂ ਦਾ ਮੇਰਾ ਮਨ ਕਾਲਾ, ਮੈਂ ਕਿਹਦੇ ਨਾਲ ਗੱਲ ਕਰਾਂ? ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ਼, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਲੋਕਾਂ ਨੂੰ ਭੁਲੇਖਾ ਲੱਗ ਗਿਆ ਵੀ ਕਾਲੇ ਕੱਪੜੇ ਪਾਉਣੇ ਜਿਹੜੇ ਫਕੀਰਾਂ ਦਾ ਲਿਬਾਸ ਹੈ, ਇਹ ਫਕੀਰਾਂ ਦਾ ਲਿਬਾਸ ਹੈ। ਕਈਆਂ ਨੇ ਬੋਰੀ ਪਾਈ ਹੁੰਦੀ ਹੈ, ਬੋਰੀ ਪਾ ਲਈ,
ਉਹ ਸਰੀਰ ਨੂੰ ਬੋਰੀ ਸਮਝਿਆ ਵੀ ਨਿਕੰਮੀ ਕਿਸੇ ਚੀਜ਼ ਦੀ ਨਹੀਂ, ਫਾਟੀ ਉਹ ਬੋਰੀ ਪਾ ਲਈ, ਕਹਿਣਾ ਬੋਰੀ ਪਾਉਣੀ ਫਕੀਰਾਂ ਦਾ ਲਿਬਾਸ ਹੈ। ਭਾਈ ਫਕੀਰ ਦਾ ਕੋਈ ਭੇਖ ਨਹੀਂ ਹੁੰਦਾ, ਕੋਈ ਲਿਬਾਸ ਨਹੀਂ ਹੁੰਦਾ। ਉਹ ਜੋ ਯਤਨ ਕਰਦਾ ਹੁੰਦਾ ਉਹ ਤਾਂ ਕਿਸੇ ਤਰੀਕੇ ਦੇ ਨਾਲ ਇਹ ਮਾਇਆ ਦੇ ਹਮਲਿਆਂ ਤੋਂ ਬਚਣ ਦਾ ਯਤਨ ਕਰਦਾ ਹੁੰਦਾ, ਵੀ ਵਿਕਾਰਾਂ ਤੋਂ ਕਿਸੇ ਤਰੀਕੇ ਨਾਲ ਬਚਿਆ ਜਾ ਸਕੇ। ਹੁਣ ਮਨ ਦੀ ਦਸ਼ਾ ਦਾ ਮੈਂ ਕਿਹਦੇ ਕੋਲ ਵਿਖਿਆਨ ਕਰਾਂ, ਕਿਹਨੂੰ ਦੱਸਾਂ? ਮਨ ਕੀ ਬਿਰਥਾ ਜਿਹੜੀ ਹੈ, ਮਨ ਦਾ ਜਿਹੜਾ ਹਾਲ ਹੈ, ਕਿਹਨੂੰ ਦੱਸਾਂ? ਅਤੇ ਮਹਾਰਾਜ ਨੇ ਇਹ ਕਿਹਾ ਹੋਇਆ, ਕਹਿੰਦੇ ਦੁੱਖ ਉਹਨੂੰ ਦੱਸੋ ਜਿਹਦੇ ਕੋਲ ਸੁੱਖ ਹੈ। ਪਹਿਲੀ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਦੁੱਖ ਹੈ। ਜੋ ਵਿਕਾਰ ਨੇ, ਮਨ ਦੇ ਜਿਹੜੇ ਵਿਕਾਰ ਨੇ, ਇਹ ਦੁੱਖ ਹੈ। ਸਾਨੂੰ ਸਾਰੀ ਜ਼ਿੰਦਗੀ ਨਿਕਲ ਜਾਂਦੀ, ਸਾਰਾ ਜਨਮ ਨਿਕਲ ਜਾਂਦਾ, ਪਤਾ ਹੀ ਨਹੀਂ ਲੱਗਦਾ ਮਨ ਦੇ ਵਿਕਾਰ ਮੇਰਾ ਦੁੱਖ ਨੇ। ਸਭ ਤੋਂ ਵੱਡਾ ਦੁੱਖ ਮੇਰੇ ਆਪਣੇ ਵਿਕਾਰ ਨੇ। ਆਪਣੇ ਮਨ ਹੀ ਤਾਂ ਦੁਖੀ ਕਰਦਾ, ਦੂਸਰੇ ਨੇ ਕੀ ਦੁੱਖ ਦੇਣਾ? ਮੈਨੂੰ ਮੇਰਾ ਹੰਕਾਰ ਦੁੱਖ ਦਿੰਦਾ ਹੈ, ਮੈਨੂੰ ਮੇਰਾ ਕ੍ਰੋਧ ਦੁੱਖ ਦਿੰਦਾ ਹੈ, ਦੂਜਾ ਨਹੀਂ ਦੁੱਖ ਦਿੰਦਾ ਹੈ। ਅਗਰ ਜੇ ਬੰਦਾ ਆਪਣੇ ਇਹਨਾਂ ਵਿਕਾਰਾਂ 'ਤੇ ਕਾਬੂ ਪਾ ਲਵੇ, ਜਿੱਡਾ ਮਰਜੀ ਕੋਈ ਹੰਕਾਰੀ ਹੋਵੇ, ਕੋਈ ਕ੍ਰੋਧੀ ਹੋਵੇ, ਈਰਖਾਲੂ ਹੋਵੇ, ਉਹ ਦੁੱਖ ਦੇ ਹੀ ਨਹੀਂ ਸਕਦਾ। ਬੋਤਲ ਵਿੱਚ ਨਸ਼ਾ ਨਹੀਂ, ਨਸ਼ਾ ਬੰਦੇ ਵਿੱਚ ਹੈ ਨਾ। ਬੋਤਲ ਦੇ ਵਿੱਚ ਜ਼ਹਿਰ ਤਾਂ ਪਿਆ, ਅਸਰ ਕਦੋਂ ਹੋਊਗਾ? ਜਦੋਂ ਬੰਦੇ ਦੇ ਸਰੀਰ ਵਿੱਚ ਜਾਊਗਾ, ਉਦੋਂ ਅਸਰ ਹੁੰਦਾ। ਜ਼ਹਿਰ ਬਾਹਰ ਪਿਆ, ਮੋਹਰਾ ਹੋਵੇ ਹੱਥ ਮਰੀਆ ਚੱਖੀਏ, ਬਾਣੀ ਕਹਿੰਦੀ ਹੈ। ਕਹਿੰਦੇ ਜ਼ਹਿਰ ਨੂੰ ਹਥੇਲੀ 'ਤੇ ਰੱਖ ਲਓ, ਨਹੀਂ ਮਰਦਾ ਬੰਦਾ। ਮਰਦਾ ਕਦੋਂ? ਜਦੋਂ ਉਹਨੂੰ ਚੱਖ ਲੈਂਦਾ। ਉਹ ਭਾਈ ਇਹ ਮਨ ਬੰਦਾ ਦੂਸਰੇ ਕਰਕੇ ਦੁਖੀ ਨਹੀਂ ਹੈ, ਇਹ ਆਪਣੇ ਕਰਕੇ ਦੁਖੀ ਹੈ। ਜੇ ਹੰਕਾਰ, ਕ੍ਰੋਧ, ਲੋਭ, ਮੋਹ, ਕਾਮ ਇਹ ਚੀਜ਼ਾਂ ਅੰਦਰ ਹੈ ਨਹੀਂ, ਬੜੇ ਆਨੰਦ ਨਾਲ ਸੰਸਾਰ 'ਚ ਵਿਚਰ ਚੱਲ ਸਕਦੇ। ਸੰਸਾਰ ਦੁੱਖ ਨਹੀਂ ਦਿੰਦਾ। ਸੰਸਾਰ ਵਿੱਚ ਦੁੱਖ ਉਦੋਂ ਲੱਗਦਾ ਜਦੋਂ ਮੇਰੇ ਅੰਦਰਲੇ ਇਹ ਵਿਕਾਰ ਬਲਵਾਨ ਹੁੰਦੇ ਨੇ, ਫਿਰ ਬੰਦਾ ਦੁਖੀ ਹੁੰਦਾ। ਹੁਣ ਕਿਹਨੂੰ ਦੱਸਾਂ? ਸਾਰੇ ਤਾਂ ਵਿਕਾਰ ਹੀ ਘੁੰਮਦੇ ਫਿਰਦੇ ਨੇ। ਅੱਖ ਮਿਲ ਗਈ ਹੈ ਨਾ, ਗਿਆਨ ਮਿਲ ਗਿਆ, ਗਿਆਨ ਮਿਲ ਗਿਆ। ਉਹ ਦੇਖਣ ਨੂੰ ਲਿਬਾਸ ਬੜੇ ਵਧੀਆ। ਕਹਿੰਦੇ ਭੱਟ ਜਦੋਂ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਂਦੇ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨੈਣ। ਫਿਰ ਹੇ ਗੁਰੂ ਅਰਜਨ ਦੇਵ ਜੀ, ਤੇਰੇ ਅੱਖਾਂ ਵਿੱਚ ਤਾਂ ਰੱਬ ਵਸਦਾ ਹੈ। ਤੇਰੇ ਅੱਖਾਂ 'ਚ ਗੁਰੂ ਨਾਨਕ ਦੇ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਦੇ ਦਰਸ਼ਨ ਹੋ ਰਹੇ ਨੇ। ਉਹਨਾਂ ਦੀ ਆਪਣੀ ਅਵਸਥਾ ਸੀ, ਤਦੇ ਗੁਰੂ ਅਰਜਨ ਉਹਨਾਂ ਨੂੰ ਗੁਰੂ ਰੱਬ ਦਿਸਿਆ। ਜਿਨ੍ਹਾਂ ਦੀ ਅਵਸਥਾ ਹੈ ਆਪਣੀ, ਉਹਨਾਂ ਨੂੰ ਗੁਰਬਾਣੀ ਰੱਬ ਦਿਸਦੀ ਹੈ। ਜਿਨ੍ਹਾਂ ਦੀ ਅਵਸਥਾ ਨਹੀਂ ਹੈ, ਉਹਨਾਂ ਵਾਸਤੇ ਇੱਕ ਨੌਲੇਜ ਹੈ, ਇੱਕ ਸੋਝੀ ਹੈ, ਬਸ ਇੱਕ ਮੇਰਾ ਫੋਕਾ ਗਿਆਨ, ਚੁੰਚ ਗਿਆਨੀ। ਚੁੰਚ ਗਿਆਨਾਂ ਦੀ ਭਰਮਾਰ ਮੂੰਹ ਦੇ ਵਿੱਚ ਇਹ ਹੁੰਦਾ ਗਿਆਨ। ਬਸ ਇੱਧਰੋਂ ਪੜ੍ਹਿਆ, ਸੁਣਿਆ ਅਤੇ ਗਾਹਾਂ ਬੋਲ ਦਿੱਤਾ, ਮੂੰਹ ਕਾ ਕਿਹਾ ਵਾਓ, ਅੰਦਰ ਕੋਈ ਅਸਰ ਨਹੀਂ, ਅੰਦਰ ਕੋਈ ਅਸਰ ਨਹੀਂ ਹੁੰਦਾ ਇਸ ਗਿਆਨ ਦਾ। ਪਰ ਜਦੋਂ ਵਿਕਾਰ ਮਰਦੇ ਨੇ ਨਾ, ਉਸ ਵੇਲੇ ਪਤਾ ਲੱਗਦਾ ਵੀ ਗੁਰਬਾਣੀ ਕੀ ਹੈ। ਫਿਰ ਕਹਿੰਦਾ ਕੂਕ ਕੂਕੇ ਰੱਬ ਹੈ, ਪਰਮੇਸ਼ਰ ਹੈ। ਕਹਿੰਦੇ ਕਹੋ ਕਹਾ ਆਪਣੀ ਅਦਮਾਈ। ਉਹ ਨੀਚਤਾਈ ਤਾਂ ਆਪਣੀ ਕਿਸੇ ਨੂੰ ਦੱਸ ਹੀ ਨਹੀਂ ਸਕਦੇ, ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਦੱਸ ਦਈਏ। ਔਰ ਜਿਹੜਾ ਆਪਣੀ ਨੀਚਤਾਈ ਦੱਸ ਦਿੰਦਾ ਨਾ, ਵੀ ਬੜਾ ਬਹਾਦਰ ਹੈ, ਬੜਾ ਬਹਾਦਰ ਹੈ। ਜਿਹੜਾ ਕਹਿੰਦੇ ਮਹਾਰਾਜ ਸੱਚ ਬੋਲੋ ਬਈ, ਉਹਦੇ ਨਾਲ ਹੁੰਦਾ ਕੀ ਆ? ਮਨ ਮਰਦਾ ਸੱਚ ਬੋਲਣ ਦੇ ਨਾਲ। ਅਤੇ ਹੋਰ ਆ ਜਿਹੜਾ ਮੂੰਹ ਕਾ ਕਿਹਾ ਵਾ, ਉਹ ਸੱਚ ਕੀ ਅਤੇ ਝੂਠ ਕੀ? ਅਤੇ ਹੈਗਾ ਹੀ ਸਾਰਾ ਕੁਝ ਝੂਠ, ਸੱਚ ਕਿੱਥੇ ਹੈ? ਪਰ ਜਿਹੜਾ ਕੰਮ ਖੁਦ ਮਨ ਕਰਦਾ ਜਾਂ ਮਨ ਸੋਚਦਾ ਅਤੇ ਬੋਲਣਾ ਸ਼ੁਰੂ ਕਰ ਦਿਓ, ਮਨ ਦੀ ਹਉਮੈ ਜਾਂਦੀ ਰਹਿੰਦੀ, ਮਨ ਮਰ ਜਾਂਦਾ ਹੈ। ਮਨ ਮਾਰਨ ਦੀ ਇੱਕ ਜੁਗਤੀ ਹੈ ਵੀ ਜੋ ਮਨ ਸੋਚਦਾ ਉਹਦਾ ਉਹਨੂੰ ਵਿਖਿਆਨ ਕਰਨਾ ਸ਼ੁਰੂ ਕਰ ਦਿਓ, ਇਹ ਮਰ ਜਾਂਦਾ ਹੈ। ਇਹਦੀ ਹੋਂਦ ਨਹੀਂ ਰਹਿੰਦੀ, ਹਉਮੈ ਖਤਮ ਹੋ ਜਾਂਦੀ ਹੈ। ਕਹੋ ਕਹਾ ਆਪਣੀ ਅਦਮਾਈ, ਹੈ ਨਾ। ਕਿਉਂ ਨਹੀਂ ਕਹਿੰਦਾ ਵੇ? ਆਪਣੀ ਨੀਚਤਾ ਹੀ ਕਿਉਂ ਨਹੀਂ ਦੱਸਦਾ ਹੈ? ਕਿਉਂ ਨਹੀਂ ਦੱਸਦਾ? ਇਹਦੇ ਵਿੱਚ ਜੋ ਕੁਝ ਕਰਦਾ ਪਿਆ ਮੈਂ ਦੱਸਾਂ, ਕਹਿੰਦੇ ਮਨ ਉਹ ਦੱਸੀਆਂ ਗੱਲਾਂ ਸਾਰੀਆਂ। ਉਰਜਿਓ ਉਲਝ ਗਿਆ ਮੇਰਾ ਮਨ, ਕਿੱਥੇ? ਕਨਕ ਸੋਨੇ ਵਿੱਚ ਉਲਝ ਗਿਆ। ਕਾਮਨੀ ਕੇ ਰਾਸ, ਔਰਤ ਦੇ ਤੇ ਸੋਨੇ ਦੇ ਨਸ਼ੇ ਦੇ ਵਿੱਚ ਉਲਝ ਗਿਆ। ਨਹਿ ਕੀਰਤ ਪ੍ਰਭ ਗਾਈ, ਜਿਹਦੇ ਕਰਕੇ ਮੇਰੇ ਕੋਲੋਂ ਰੱਬ ਦੀ ਕੀਰਤੀ ਨਹੀਂ ਗਾਈ ਜਾ ਰਹੀ ਹੈ। ਮੂੰਹ ਕਹਿ ਰਿਹਾ, ਅੰਦਰੋਂ ਅੰਦਰਲਾ ਨਹੀਂ ਗਾਉਂਦਾ ਪਿਆ। ਅੰਦਰਲਾ ਤਾਂ ਕਨਕ ਕਾਮਨੀ ਦੇ ਰਸ ਵਿੱਚ ਉਲਝ ਗਿਆ। ਹੁਣ ਜਿਹੜਾ ਬਾਹਰੋਂ ਧਾਰਮਿਕ ਹੈ, ਬਾਹਰੋਂ ਗਿਆਨੀ ਹੈ, ਗੁਣੀ ਗਿਆਨੀ ਕਹਾਉਂਦਾ ਵੀ
ਵੀ ਮੇਰੇ ਵਰਗਾ ਕੋਈ ਗੁਣੀ ਗਿਆਨੀ ਨਹੀਂ ਹੈ, ਮੇਰੇ ਵਰਗਾ ਕੋਈ ਮਰਜ਼ਾਦਾ ਵਾਲਾ ਨਹੀਂ ਹੈ। ਬਾਹਰਲਾ ਭੇਖ ਵੀ ਮੈਂ ਬੜੀ ਮਰਜ਼ਾਦਾ ਕਰਦਾ, ਮੈਂ ਤਾਂ ਹੈ ਨਾ, ਮੈਨੂੰ ਕੋਈ ਕਹੂ ਗੱਲ ਹੈ ਵੀ ਬੜਾ ਵੱਡਾ ਸਿੱਖ ਹੈ, ਇਹਨਾਂ ਨੂੰ ਬੜੀ ਮਰਜ਼ਾਦਾ ਆਉਂਦੀ ਹੈ। ਹਾਂ, ਬੜੀ ਮਰਜ਼ਾਦਾ। ਅਸਲ ਮਰਜ਼ਾਦਾ ਤਾਂ ਇਹ ਆ ਵੀ ਗੁਰੂ ਨੇ ਕਿਹਾ, ਸਿੱਖ ਨੇ ਮੰਨਣਾ, ਆਹ ਮਰਜ਼ਾਦਾ ਆ, ਅਸਲ ਮਰਜ਼ਾਦਾ ਆ। ਸੋ ਸਿੱਖ ਨੇ ਗੁਰੂ ਦੀ ਗੱਲ ਨੂੰ ਸੁਣਨਾ ਅਤੇ ਉਸ ਨੂੰ ਮੰਨਣਾ, ਅਤੇ ਫਿਰ ਕੋਸ਼ਿਸ਼ ਕਰਨੀ ਵੀ ਉਹਦੇ ਉੱਤੇ ਚੱਲਣ ਦੀ। ਸੋ ਉਹ ਇਹ ਹੈ, ਜੇ ਹੁਣ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਅਤੇ ਬਾਹਰਲੀ ਮਰਜ਼ਾਦਾ ਕੀ ਕਰੂਗੀ? ਬਾਹਰਲੀ ਮਰਜ਼ਾਦਾ ਕੀ ਕਰੂ? ਇੱਕ ਪਾਸੇ ਮੱਥਾ ਟੇਕਦਾ, ਦੂਜੇ ਪਾਸੇ ਜੋ ਗੁਰੂ ਕਹਿ ਰਿਹਾ ਉਹ ਮੇਰਾ ਮਨ ਮੰਨਣ ਨੂੰ ਤਿਆਰ ਨਹੀਂ। ਮੈਂ ਉਹ ਸਾਰੇ ਅਵਗੁਣ ਕਰਦਾ ਪਿਆ, ਉਹ ਸਾਰੇ ਅਵਗੁਣ ਮੇਰੇ ਵਿੱਚ ਨੇ। ਕਨਕ ਕਾਮਨੀ ਦੇ ਰਸ ਵਿੱਚ ਤੂੰ ਉਲਝਿਆ ਹੋਇਆ, ਕਿੱਥੋਂ ਦਾ ਸਿੱਖਿਆ ਭਾਈ ਤੂੰ? ਜਿੰਨੀ ਮਰਜ਼ੀ ਮਰਜ਼ਾਦਾ ਪਾੜ ਲਾ, ਕੁਛ ਤੇਰੇ ਪੱਲੇ ਨਹੀਂ ਪੈਣਾ। ਕਹਿੰਦੇ ਕਿਹਦੇ ਕੋਲ ਕਹਾਂ, ਕਿਹਦੇ ਕੋਲ ਕਹਾਂ ਆਪਣੀ ਨੀਚਤ ਹੈ? ਕਿਉਂਕਿ ਬਾਹਰੋਂ ਤਾਂ ਮੇਰਾ ਐਡਵਾਂਸ ਬੜਾ ਸੰਤ ਵਾਲਾ ਆ, ਗਿਆਨੀ ਵਾਲਾ ਆ, ਹੈ ਨਾ, ਬੜਾ ਵੱਡਾ ਮੈਂ ਗੁਰਸਿੱਖ ਹੈ, ਮੇਰੇ ਵਰਗਾ ਕੋਈ ਸਿੱਖ ਹੀ ਨਹੀਂ ਹੈ। ਅਤੇ ਆਹ ਜਿਹੜਾ ਅੰਦਰਲਾ ਮਨ ਹੈ, ਇਹ ਉਲਝਿਆ ਹੋਇਆ ਇਹਨਾਂ ਚੀਜ਼ਾਂ ਦੇ ਵਿੱਚ। ਮੈਂ ਕਿਹਦੇ ਨਾਲ ਇਹ ਗੱਲ ਸਾਂਝੀ ਕਰਾਂ? ਕਿਸੇ ਨਾਲ ਵੀ ਨਹੀਂ ਕਰ ਸਕਦਾ। ਸੋ ਉਹ ਇਸ ਦਾ ਨਾ ਵਿਕਾਰਾਂ ਵਿੱਚ ਉਲਝਿਆ ਹੋਇਆ ਹੋਣ ਕਰਕੇ ਕਦੀ ਮਨ ਕੀਰਤੀ ਗਾਉਂਦਾ ਹੀ ਨਹੀਂ ਹੈ, ਕਦੀ ਮਨ ਉਹਦੀ ਉਸਤਤੀ ਕਰਦਾ ਹੀ ਨਹੀਂ ਹੈ, ਅਤੇ ਮਨ ਕਦੀ ਲੱਗਦਾ ਹੀ ਨਹੀਂ ਹੈ। ਕਿਹਦੇ ਨਾਲ ਹੁਣ ਮੈਂ ਗੱਲ ਕਰਾਂ? ਬੜਾ ਵੱਡਾ ਇੱਕ ਦੁੱਖੜਾ ਹੈ ਜਿਹੜਾ ਕਿਸੇ ਬੰਦੇ ਦੇ ਪਾਸ ਨਹੀਂ ਰੋਇਆ ਜਾ ਸਕਦਾ। ਇੱਕ ਗੁਰੂ ਦੇ ਕੋਲ ਆਪਣੀ ਇਹ ਗੱਲ ਕੀਤੀ ਜਾ ਸਕਦੀ। ਗੁਰੂ ਨੂੰ ਕਹਿ ਸਕਦੇ ਹਾਂ, ਮਨ ਮਾਈ ਮਨ ਮੇਰੂ ਬਸ ਨਾਹੇ, ਨਿਸ ਬਾਸਿਰ ਵਿਖਿਆਨ ਕੋ ਧਾਵਤ ਕੇ ਬਿਦ ਰੋਕੋ ਤਾਹੇ। ਮੈਨੂੰ ਦੱਸੋ ਮੈਂ ਕਿੱਦਾਂ ਆਪਣੇ ਆਪ ਨੂੰ ਰੋਕਾਂ, ਮਨ ਨੂੰ ਸਮਝਾਵਾਂ? ਰਹਾ ਜਗ ਝੂਠੇ ਕਉ ਸਾਚ ਜਾਨ ਕੈ, ਤਾਂ ਸਿਉ ਰੁਚ ਉਪਜਾਈ। ਆ ਵੀ ਮੇਰੇ 'ਚ ਬੜੀ ਵੱਡੀ ਕਮੀ ਹੈ। ਕਿਹੜੀ? ਇਹ ਜਗਤ ਝੂਠਾ ਹੈ, ਜਗਤ ਦੇ ਵਿੱਚ ਦੁੱਖ ਵੀ ਝੂਠਾ ਅਤੇ ਸੁੱਖ ਵੀ ਝੂਠਾ। ਜਗਤ ਦੇ ਨਾਲ ਪ੍ਰੀਤ ਪਾ ਲਈ, ਝੂਠੀ ਹੈ। ਜਗਤ ਵਿੱਚ ਤਾਂ ਹੈ ਹੀ ਸਾਰੀ ਪ੍ਰੀਤ ਝੂਠੀ ਆ। ਪਰਖ ਕੇ ਦੇਖ ਲਾ, ਕਿਸੇ ਦੇ ਨਾਲ ਪਿਆਰ ਨਿਭਿਆ? ਪਿਆਰ ਨਹੀਂ ਹੁੰਦਾ ਜਿਹਨੂੰ ਮੈਂ ਪਿਆਰ ਸਮਝੀ ਬੈਠਾ ਨਾ। ਦੋ ਮਿੱਤਰ ਮਿਲਦੇ ਨੇ, ਵੀ ਬੜਾ ਇਹਨਾਂ ਦਾ ਪਿਆਰ ਆ ਨਾ, ਦੋਨਾਂ ਨੂੰ ਇੱਕ ਦੂਜੇ ਤੋਂ ਕੋਈ ਮਤਲਬ ਹੈ ਨਾ, ਉਹਦਾ ਸਹਾਰਾ ਬਣਦਾ, ਉਹਦਾ ਸਹਾਰਾ ਬਣਦਾ, ਇਹਨੂੰ ਅਸੀਂ ਪਿਆਰ ਸਮਝੀ ਬੈਠੇ ਹਾਂ, ਇਹਨੂੰ ਅਸੀਂ ਪਿਆਰ ਸਮਝੀ ਬੈਠੇ ਹਾਂ। ਇਸੇ ਤਰ੍ਹਾਂ ਭਰਾ ਦਾ ਪਿਆਰ ਦੇਖ ਲਓ, ਭੈਣ ਭਾਈ ਦਾ ਪਿਆਰ ਦੇਖ ਲਓ, ਪਤੀ ਪਤਨੀ ਦਾ ਦੇਖ ਲਓ, ਇੱਕ ਦੂਜੇ 'ਤੇ ਡਿਪੈਂਡੈਂਟ ਨੇ। ਕਿੱਦਾਂ ਬਣੂ ਗੱਲ, ਕਿੱਦਾਂ ਰਹੂ, ਕਿੱਦਾਂ ਨਿਭੂ, ਕਿਵੇਂ ਬਣੇਗਾ ਮੇਰਾ? ਮੈਨੂੰ ਲੋੜ ਹੈ, ਲੋੜ ਨੂੰ ਪਿਆਰ ਕਿੱਦਾਂ ਮੰਨ ਲਿਆ? ਜਿੱਥੇ ਪਿਆਰ ਹੁੰਦਾ ਉੱਥੇ ਆਹ ਲੋੜਾਂ ਲਾੜਾਂ ਦੀ ਤਾਂ ਗੱਲ ਹੀ ਨਹੀਂ ਹੁੰਦੀ ਕੋਈ, ਉੱਥੇ ਮਤਲਬ ਵੀ ਕੋਈ ਨਹੀਂ ਜਿੱਥੇ ਪਿਆਰ ਹੁੰਦਾ ਹੈ। ਜੇ ਮਾਸਾ ਵੀ ਤਮਾ ਨਾ ਹੋਵੇ, ਥੋੜ੍ਹੀ ਜਿਹੀ ਵੀ ਤਮਾ ਨਾ ਹੋਵੇ, ਉਹਨੂੰ ਪਿਆਰ ਕਿਹਾ ਜਾਂਦਾ ਹੈ। ਉਹਨੂੰ ਪਿਆਰ ਹੁੰਦਾ ਜਿਹੜੀ ਤਮਾ ਹੈ ਨਾ। ਇੱਕ ਗੁਰੂ ਹੈ ਵੱਡਾ ਦਾਤਾ, ਤਿਲ ਨਾ ਤਮਾਏ। ਸਾਡੇ ਅੰਦਰ ਹਮੇਸ਼ਾ ਤਮਾ ਹੁੰਦੀ ਹੈ। ਜਿੱਦਣ ਮੇਰੇ ਅੰਦਰੋਂ ਤਮਾ ਖਤਮ ਹੋ ਗਈ, ਫਿਰ ਮੇਰਾ ਗੁਰੂ ਦੇ ਨਾਲ ਪਿਆਰ ਹੋਣਾ। ਮੇਰੇ ਅੰਦਰ ਤਾਂ ਤਮਾ ਹੀ ਨਹੀਂ ਖਤਮ ਹੁੰਦੀ, ਅਤੇ ਪਿਆਰ ਪਾਉਣਾ ਵੀ ਗੁਰੂ ਦੇ ਨਾਲ ਆ। ਸੋ ਕੋਸ਼ਿਸ਼ ਕਰਨੀ ਵੀ ਗੁਰੂ ਦੇ ਨਾਲ ਪਿਆਰ ਪੈ ਜਾਵੇ, ਆਪਣੀ ਤਮਾ ਨੂੰ ਖਤਮ ਕਰਕੇ ਗੁਰੂ ਦੇ ਨਾਲ ਪਿਆਰ ਪਾਈਏ। ਅਤੇ ਗੁਰੂ ਦਾ ਪਿਆਰ ਸੱਚਾ ਹੈ, ਬਾਕੀ ਦੁਨਿਆਵੀ ਪਿਆਰ ਸਾਰੇ ਝੂਠੇ ਨੇ। ਸੋ ਇਹ ਘਟਦੇ ਨੇ, ਖਤਮ ਹੁੰਦੇ ਨੇ, ਲੜਾਈ ਝਗੜੇ ਤਾਂ ਦੇ ਚੱਲਦੇ ਨੇ। ਜਿਹੜੇ ਮਨ ਮੁਟਾਵ ਹੋ ਗਿਆ, ਬੋਲ ਬਾਣੀ ਬੰਦ ਹੋ ਗਈ, ਲੜਾਈ ਝਗੜੇ, ਕੌੜਾ ਫਿੱਕਾ ਬੋਲ ਲਿਆ, ਸੋ ਫਿਰ ਝੂਠੀ ਪ੍ਰੀਤ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਦ ਮੇਰੇ ਗੁਰੂ ਨੇ ਦੇਖ ਕੇ ਕਹਿ ਦਿੱਤਾ, ਮੈਨੂੰ ਪਰਖਣ ਦੀ ਕੀ ਲੋੜ ਹੈ? ਮੇਰੇ ਗੁਰੂ ਨੇ ਪਰਖ ਕੇ ਦੱਸ ਦਿੱਤਾ ਵੀ ਜਗਤ ਦੇ ਵਿੱਚ ਜਿਸ ਨੂੰ ਪ੍ਰੀਤ ਸਮਝਦਾ, ਜੋ ਪ੍ਰੀਤ ਹੈ, ਨੇੜੇ ਤੋਂ ਨੇੜਲਾ ਜਿਹੜਾ ਪਿਆਰ ਹੈ, ਰਿਸ਼ਤਾ ਆ ਨਾ, ਉਹ ਵੀ ਝੂਠਾ ਹੀ ਹੈ। ਘਰ ਕੀ ਨਾਰ ਬਹੁਤ ਹਿਤ, ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਵੀ ਹੰਸ ਤਜੀ ਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ। ਤੋਂ ਨੇੜਲੇ ਵਾਲਾ ਰਿਸ਼ਤਾ ਹੋਰ ਕਿਹੜਾ ਹੋ ਸਕਦਾ ਹੈ? ਅਤੇ ਮੈਨੂੰ ਪਰਖਣ ਦੀ ਕੀ ਲੋੜ ਹੈ? ਉਹ ਗੁਰੂ ਦੀ ਗੱਲ ਮੰਨਣ ਦੀ ਜ਼ਰੂਰਤ ਹੈ ਵੀ ਹਾਂ ਵੀ ਇਹ ਝੂਠਾ ਪਿਆਰ ਹੈ। ਜੇ ਪਿਆਰ ਪਾਉਣਾ, ਇੱਕ ਜ਼ਿੰਮੇਵਾਰੀਆਂ ਜਿਹੜੀਆਂ ਸੰਸਾਰਿਕ ਰਿਸ਼ਤੇ ਨੇ, ਜ਼ਿੰਮੇਵਾਰੀਆਂ ਨੂੰ ਨਿਭਾਉਣਾ ਉਹ ਫਰਜ਼ ਹੈ, ਉਹ ਨਿਭਾਉਣਾ ਹੀ ਨਿਭਾਉਣੀ। ਅਤੇ ਪਿਆਰ ਕਿਹਦੇ ਨਾਲ? ਪਿਆਰ ਗੁਰੂ ਦੇ ਨਾਲ, ਪਿਆਰ ਗੁਰੂ ਦੇ ਨਾਲ ਪਾਉਣਾ। ਸੋ ਪਰ ਇੱਥੇ ਮੇਰੇ ਮਨ ਨੇ ਕੀ ਕੀਤਾ ਹੋਇਆ, ਇਹ ਝੂਠੇ ਜਗਤ ਨੂੰ ਸੱਚ ਮੰਨ ਲਿਆ, ਝੂਠੇ ਪਰਿਵਾਰ ਨੂੰ ਸੱਚ ਮੰਨ ਲਿਆ, ਇਹ ਝੂਠੀ ਸ਼ੋਭਤ ਨੂੰ,
ਝੂਠੇ ਮਾਣ ਨੂੰ ਸੱਚ ਮੰਨ ਲਿਆ। ਤਦੇ ਬੰਦਾ ਲੜਦਾ, ਰੋਂਦਾ, ਕਰਲਾਉਂਦਾ, ਮੇਰਾ ਜੀ ਅਪਮਾਨ ਹੋ ਗਿਆ। ਅਪਮਾਨ ਕਾਹਦਾ? ਜਿਹੜਾ ਮਾਣ ਹੈ ਉਹਨੂੰ ਤੂੰ ਮਾਣ ਸਮਝਦਾ? ਇਹ ਝੂਠਾ ਆ। ਜਗਤ ਦੇ ਵਿੱਚ ਅਪਮਾਨ ਵੀ ਝੂਠਾ ਹੈ ਤੇ ਮਾਣ ਵੀ ਝੂਠਾ ਹੈ। ਇੱਥੋਂ ਦਾ ਸੁੱਖ ਵੀ ਝੂਠਾ, ਇੱਥੋਂ ਦਾ ਦੁੱਖ ਵੀ ਝੂਠਾ। ਜਗਤ ਦਾ ਹਰ ਇੱਕ ਰਿਸ਼ਤਾ ਝੂਠਾ ਹੈ। ਗੁਰਬਾਣੀ ਕਹਿੰਦੀ ਆਹ ਸਰੀਰ ਜਿਸ ਦੇ ਨਾਲ ਮੈਨੂੰ ਇੰਨਾ ਸਨੇਹ ਹੈ, ਇੰਨਾ ਪਿਆਰ ਹੈ, ਮਾੜੇ ਜੀ ਵੀ ਇਸ ਨੂੰ ਤਕਲੀਫ ਹੁੰਦੀ ਤਾਂ ਮੈਂ ਉਹ ਤਕਲੀਫ ਦੂਰ ਕਰਨ ਵਾਸਤੇ ਦੌੜਦਾ, ਇੰਨਾ ਇਹਦੇ ਨਾਲ ਪਿਆਰ ਹੈ। ਇੱਕ ਦਿਨ ਐਸਾ ਸਮਾਂ ਆਉਣਾ ਜਦੋਂ ਹੰਸ ਨੇ ਉਡਾਰੀ ਮਾਰਨੀ ਨਾ ਵਿੱਚੋਂ, ਅਤੇ ਹੰਸ ਨੇ ਕਹਿਣਾ ਵੀ ਲੈ ਵੀ ਮੈਂ ਹੁਣ ਚੱਲੀ ਆ, ਆਤਮਾ ਕਹਿੰਦੀ ਹੈ, ਅਤੇ ਸਰੀਰ ਆਰਾਮ ਨਾਲ ਲੰਮਾ ਪੈ ਜਾਂਦਾ। ਸਰੀਰ ਉਹਦੀ ਗੱਲ ਮੰਨਦਾ ਉਸ ਨਾਲ? ਸਾਰੀ ਜ਼ਿੰਦਗੀ ਸਰੀਰ ਦੀ ਗੱਲ ਮੰਨੀ ਆਤਮਾ ਨੇ। ਜਦੋਂ ਆਖਰੀ ਸਮਾਂ ਆਇਆ ਸਰੀਰ ਕਹਿੰਦਾ ਮੈਂ ਨਹੀਂ ਜਾ ਸਕਦਾ, ਹੈ ਨਾ। ਫਿਰ ਨਹੀਂ, ਫਿਰ ਪਿਆਰ ਝੂਠਾ ਹੋਇਆ ਜਾਂ ਸੱਚਾ ਹੋਇਆ? ਸਰੀਰ ਦੇ ਨਾਲ ਕੀਤਾ ਹੋਇਆ ਪਿਆਰ ਵੀ ਝੂਠਾ। ਇਸ ਨੂੰ ਅੱਜ ਸਮਝ ਲਾ, ਕੱਲ੍ਹ ਸਮਝ ਲਾ। ਜਿਹੜੇ ਅੱਜ ਸਮਝ ਲੈਂਦੇ ਸਮਝ ਉਹਨਾਂ ਨੂੰ ਗੁਰੂ ਦੀ ਗੱਲ ਸਮਝ ਲਈ। ਗੁਰੂ ਅੱਜ ਸਮਝਾਉਂਦਾ ਨਾ, ਮਰੇ ਤੇ ਤਾਂ ਸਾਰੇ ਸਮਝ ਜਾਂਦੇ ਨੇ। ਮਰੇ ਤੇ ਤਾਂ ਘਰ ਵਾਲੇ ਵੀ ਸਮਝ ਗਏ। ਘਰ ਵਾਲੇ ਬਾਅਦ 'ਚ ਪਿਆਰ ਕਰਦੇ ਆ ਇਸ ਸਰੀਰ ਦੇ ਨਾਲ। ਕੋਈ ਰੱਖਦਾ ਮੁਰਦੇ ਨੂੰ ਆਪਣੇ ਘਰ ਦੇ ਵਿੱਚ? ਨਾ, ਹੱਥੀਂ ਜਾ ਕੇ ਫੂਕ ਆਉਂਦੇ ਆ। ਅਤੇ ਜਿਹੜਾ ਹੰਸ ਉਡਾਰੀ ਮਾਰਦਾ ਉਹ ਵੀ ਸਮਝ ਜਾਂਦਾ, ਉਹ ਜਮਾਂ ਦੇ ਨਾਲ ਉੱਠ ਕੇ ਤੁਰ ਪੈਂਦਾ। ਸਾਰੇ ਜਾਣੇ ਰੋਂਦੇ ਕਰਲਾਉਂਦੇ ਹੁੰਦੇ, ਕਿਸੇ ਨੂੰ ਚੁੱਪ ਕਰਾਉਂਦਾ ਨਾ, ਉਹਨੇ ਵੀ ਪਿਆਰ ਖਤਮ ਕਰ ਦਿੱਤਾ। ਉਹ ਮਰਨ 'ਤੇ ਤਾਂ ਸਾਰੇ ਹੀ ਸਮਝਦੇ ਨੇ। ਇਹ ਤਾਂ ਜਿਉਂਦੇ ਜੀ ਗੱਲ ਸਮਝਣੀ ਹੈ, ਗੁਰੂ ਸਮਝਾ ਸਕਦਾ। ਜਿਹੜਾ ਤਾਂ ਗੁਰਬਾਣੀ ਦੇ ਗਿਆਨ ਦੇ ਨਾਲ ਜੁੜ ਗਿਆ ਉਹਨੇ ਝੂਠੇ ਜਗਤ ਨੂੰ ਕਦੀ ਸੱਚਾ ਨਹੀਂ ਜਾਣਨਾ। ਇੱਥੋਂ ਦੇ ਪਦਾਰਥ, ਇੱਥੋਂ ਦੀਆਂ ਦਾਤਾਂ, ਮਹਿਲ ਮਾੜੀਆਂ, ਖਜ਼ਾਨੇ, ਜੋ ਕੁਝ ਵੀ ਨੇ ਸਭ ਕੁਝ ਝੂਠਾ। ਨਫਾ ਨੁਕਸਾਨ ਝੂਠਾ ਹੈ ਸੰਸਾਰ ਦਾ। ਸੋ ਅੱਜ ਸਮਝ ਲਾ ਚਾਹੇ ਕੱਲ੍ਹ ਸਮਝ ਲਾ, ਪਰ ਸਮਝ ਲਾ ਸਰੀਰ ਦੇ ਹੁੰਦਿਆਂ। ਜਿੰਨਾ ਗੁਰਬਾਣੀ ਦੇ ਨੇੜੇ ਹੋ ਜਾਵਾਂਗੇ ਉਨੀ ਛੇਤੀ ਸਮਝ ਆ ਜੂਗੀ। ਪਰ ਅਸੀਂ ਕੀ ਕਰਦੇ? ਮਨ ਕੀ ਕਰਦਾ? ਜਗਤ ਝੂਠੇ ਕੋ ਸਾਚ ਜਾਣ ਕੇ ਤਾਸਿਓ ਰੁਚ ਉਪਜਾਏ। ਬੜੀ ਰੁਚੀ ਪੈਦਾ ਕੀਤੀ ਹੋਈ ਆਪਣੇ ਅੰਦਰ ਜਗਤ ਦੇ ਵਾਸਤੇ। ਬੰਦਾ ਆਪਣੇ ਸੰਸਾਰਕ ਰਿਸ਼ਤੇ ਨਿਭਾਉਣ ਵਾਸਤੇ ਪੂਰੀ ਵਾਹ ਲਾ ਦਿੰਦਾ, ਇਹ ਫੇਬ ਨਹੀਂ ਲਿਭਦਾ। ਪਰ ਗੁਰੂ ਦੇ ਨਾਲ ਰਿਸ਼ਤਾ ਨਿਭਾਉਣ ਵਾਸਤੇ ਕੋਈ ਇਹ ਯਤਨ ਨਹੀਂ ਕਰਦਾ, ਕੋਈ ਯਤਨ ਨਹੀਂ ਕਰਦਾ। ਕਦੀ ਮਨ ਵਿੱਚ ਆਇਆ ਖਿਆਲ ਮੇਰਾ ਗੁਰੂ ਨਾਰਾਜ਼ ਹੋ ਜਾਊਗਾ, ਮੇਰਾ ਰੱਬ ਕਦੋਂ ਗੁੱਸੇ ਹੁੰਦਾ ਹੈ ਨਾ। ਖੈਰ ਉਹ ਤਾਂ ਮੇਰਾ ਹੀ ਕਰਦਾ, ਪਰ ਫਿਰ ਵੀ ਇਸ ਗੱਲ ਨੂੰ ਜੇ ਮੰਨੀਏ ਉਦੋਂ ਨਾਰਾਜ਼ ਹੋ ਜਦੋਂ ਅਸੀਂ ਗਲਤ ਕੰਮ ਕਰਾਂਗੇ। ਜਿਹੜਾ ਕੰਮ ਕਹਿਣ ਤੋਂ ਮੇਰਾ ਗੁਰੂ ਮੈਨੂੰ ਵਰਜਦਾ ਮੈਂ ਫੇਰ ਨਹੀਂ ਹਟਦਾ, ਅਤੇ ਮੇਰਾ ਹੁਣ ਪਿਓ ਮੇਰਾ ਗੁਰੂ ਮੇਰੇ ਤੋਂ ਖੁਸ਼ ਹੋਵੇਗਾ ਜਾਂ ਨਾਰਾਜ਼ ਹੋਵੇਗਾ? 10 ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹ ਲਓ, ਇਤਿਹਾਸ ਵਿੱਚ ਗੱਲਾਂ ਆਉਂਦੀਆਂ ਕਿ ਨਹੀਂ ਆਉਂਦੀਆਂ? 10ਵੇਂ ਪਾਤਸ਼ਾਹ ਜੀ ਕਹਿੰਦੇ ਵੀ ਸਿੰਘੋ ਆਹ ਕੰਮ ਕਰਨਾ, ਆਹ ਨਹੀਂ ਕਰਨਾ। ਅਗਰ ਸਿੰਘ ਕਰ ਜਾਂਦੇ ਫਿਰ ਨਾਰਾਜ਼ਗੀ ਤਾਂ ਸਹਿਣੀ ਪੈਂਦੀ ਸੀ ਵੇ। ਮਹਾਰਾਜ ਕਹਿੰਦੇ ਕਿਉਂ ਕੀਤਾ ਵੀ? ਜਦੋਂ ਅਸੀਂ ਦੁੱਖ ਸਹਿੰਦੇ ਇਹਦਾ ਮਤਲਬ ਉਹ ਕੰਮ ਸਾਡੇ ਕੋਲ ਹੋ ਗਿਆ ਜਿਸ ਕੰਮ ਤੋਂ ਮੇਰੇ ਗੁਰੂ ਨੇ ਰੋਕਿਆ ਸੀਗਾ, ਮੇਰੇ ਕੋਲ ਉਹ ਕੰਮ ਹੋ ਗਿਆ। ਫਿਰ ਨਾਰਾਜ਼ਗੀ ਹੈ, ਜਦੋਂ ਦੁੱਖ ਸਹਿੰਦੇ ਫਿਰ ਨਾਰਾਜ਼ਗੀ ਹੁੰਦੀ ਹੈ। ਸੋ ਇਹ ਸਾਨੂੰ ਪਤਾ ਨਹੀਂ ਲੱਗਦਾ। ਪਤਾ ਇਸ ਕਰਕੇ ਨਹੀਂ ਲੱਗਦਾ ਗੁਰਬਾਣੀ ਤੋਂ ਦੂਰ ਹੈ, ਗੁਰੂ ਤੋਂ ਦੂਰ ਹੀ ਬਣੀ ਹੋਈ ਹੈ। ਕਹਿੰਦੇ ਦੀਨਬੰਦ ਰੱਬ ਨੂੰ ਕਹਿ ਦਿੱਤਾ, ਗੁਰੂ ਨੂੰ ਕਹਿ ਦਿੱਤਾ। ਗੁਰਬਾਣੀ ਸਾਡੇ ਵਾਸਤੇ ਦੀਨਬੰਦ ਹੈ। ਸਿਮਰਿਓ ਨਹੀਂ ਕਬਹੂ, ਕਦੀ ਬਾਣੀ ਨਹੀਂ ਪੜ੍ਹੀ, ਹੈ ਨਾ, ਕਦੀ ਬਾਣੀ ਦੀ ਵਿਚਾਰ ਨਹੀਂ ਕੀਤੀ। ਹੋ ਤੁਝ ਸੰਗ ਸਹਾਈ। ਇੱਕ ਭਾਈ ਗੁਰਬਾਣੀ ਹੈ ਜਿਹੜੀ ਇੱਥੇ ਵੀ ਸਾਡੀ ਸੰਗੀ ਹੈ, ਸਾਡੀ ਸਹਾਇਤਾ ਕਰਦੀ। ਜਦ ਅਸੀਂ ਅਤ ਬਿਪਤਾ ਦੇ ਵਿੱਚ ਹੁੰਦੇ, ਬਿਪਤ ਭਰੀ ਸਭ ਹੀ ਸੰਗ ਛਾੜਤ ਕਹੂ ਨਾ ਆਵਤ ਨੇਰਾ। ਸਾਰੇ ਸੰਗ ਛੱਡ ਦਿੰਦੇ ਨੇ, ਗੁਰਬਾਣੀ ਸਾਨੂੰ ਹੌਸਲਾ ਦਿੰਦੀ ਹੈ, ਸਾਡੇ ਮਨ ਦਾ ਟਿਕਾ ਕਰਦੀ ਹੈ। ਅਤੇ ਜਿੱਥੇ ਲੇਖੇ ਪੁੱਛੇ ਜਾਣੇ ਨੇ ਨਾ, ਉੱਥੇ ਵੀ ਗੁਰਬਾਣੀ ਸਾਡੀ ਸਹਾਇਤਾ ਕਰਦੀ ਹੈ। ਸਹਾਇਤਾ ਸੋ ਉੱਥੇ ਇਹ ਨਹੀਂ ਇਕੱਲਾ ਹੌਸਲਾ ਹੀ ਦੇਣਾ, ਬਾਣੀ ਨੇ ਕਰਕੇ ਦੱਸਦੀ ਹੈ, ਲੇਖੇ ਮੁਕਾਉਂਦੀ ਹੈ ਨਾ। ਇੱਕ ਤਾਂ ਹੁੰਦਾ ਕੋਈ ਨਾ ਫਿਕਰ ਨਾ ਕਰ ਤੂੰ, ਆਪਾਂ ਬੰਦੇ ਨੂੰ ਹੌਸਲਾ ਦਿੱਤਾ, ਮੇਰੀ ਜੇਬ 'ਚ ਹੈ ਕੱਖ ਨਹੀਂ। ਦੁਖੀ ਬੰਦੇ ਨੂੰ ਤੁਸੀਂ ਹੌਸਲਾ ਦੇ ਦਿਓ, ਜੇਬ 'ਚ ਕੱਖ ਵੀ ਨਹੀਂ ਪਾਵੇਂ, ਉਹ ਵੀ ਬੜਾ ਵੱਡਾ ਹੁੰਦਾ, ਬੜੀ ਵੱਡੀ ਗੱਲ ਹੈ। ਪਰ ਗੁਰੂ ਤਾਂ ਐਸਾ ਮਿੱਤਰ ਹੈ, ਨਾਲੇ ਤਾਂ ਹੌਸਲਾ ਦੇਣਾ, ਫਿਕਰ ਨਾ ਕਰ, ਨਾਲੇ ਆਪਣੀ ਜੇਬ 'ਚੋਂ ਕੱਢ ਕੇ ਸਭ ਕੁਝ ਦੇਣਾ, ਹੈ ਨਾ, ਸਭ ਕੁਝ ਦੇ ਦਿੰਦਾ। ਕਹਿੰਦਾ ਦੱਸ ਤੈਨੂੰ ਹੋਰ ਕੀ ਚਾਹੀਦਾ ਹੈ? ਅਤੇ ਫਿਰ ਐਸੇ ਗੁਰੂ ਨੂੰ ਕਿਉਂ ਛੱਡਿਆ? ਫਿਰ ਸੰਸਾਰਕ ਰਿਸ਼ਤੇ ਨਿਭਾਓ, ਇਹ ਨਹੀਂ ਵੀ ਨਹੀਂ ਨਿਭਾਉਣੇ, ਪਰ ਇੱਦਾਂ ਨਾ ਵੀ ਉਸ ਰਿਸ਼ਤਿਆਂ ਦੇ ਪਿੱਛੇ ਕਮਲੇ ਹੀ ਹੋ ਜਾਓ, ਕਮਲੇ ਹੀ ਹੋ ਜਾਓ। ਇੱਕ ਕਦਮ
ਪਿੱਛੇ ਹੋ ਜਾਈਦਾ ਜਦੋਂ ਰਿਸ਼ਤਾ ਨਹੀਂ ਨਿਭਦਾ। ਅਗਰ ਕੋਈ ਅੱਗੇ ਹੁੰਦਾ ਤਾਂ ਫਿਰ ਭਾਈ ਹੋਰ ਥੋੜ੍ਹਾ ਅੱਗੇ ਹੋ ਕੇ ਰਿਸ਼ਤਾ ਨਿਭਾਓ। ਅਤੇ ਗੁਰੂ ਦਾ ਖਿਆਲ ਹਰ ਵਕਤ ਰੱਖਣਾ ਚਾਹੀਦਾ, ਮੇਰਾ ਗੁਰੂ ਨਾ ਮੇਰੇ ਤੋਂ ਨਾਰਾਜ਼ ਹੋਵੇ, ਮੇਰੇ ਕੋਲ ਐਸਾ ਕੋਈ ਪੁੱਠਾ ਸਿੱਧਾ ਨਾ ਕੰਮ ਹੋ ਜਾਵੇ। ਸੋ ਕਹਿੰਦੇ ਉਹ ਜਿਹੜਾ ਦੀਨਾ ਬੰਧੂ ਹੈ ਉਹਨੂੰ ਕਦੇ ਯਾਦ ਹੀ ਨਹੀਂ ਕੀਤਾ ਜਿਹਨੇ ਇੱਥੇ ਵੀ ਸਹਾਇਤਾ ਕਰਨੀ, ਦਰਗਾਹ ਵਿੱਚ ਵੀ ਸਹਾਇਤਾ ਕਰਨੀ। ਹਰ ਵਕਤ ਜਿਹੜਾ ਸਾਡਾ ਸਹਾਈ ਹੁੰਦਾ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕੋਈ। ਕਾਈ ਹੁੰਦਾ ਹੈ ਪਾਣੀ ਦੇ ਉੱਤੇ ਆਇਆ ਹੋਇਆ ਬੂਰ, ਇਹ ਛੱਪੜਾਂ ਦੇ ਵਿੱਚ ਹੁੰਦਾ। ਜਦੋਂ ਪਾਣੀ ਖੜ ਜਾਂਦਾ ਨਾ ਅਤੇ ਉਸ ਵਕਤ ਉਹਦੇ 'ਤੇ ਬੂਰ ਆ ਜਾਂਦਾ ਹੈ। ਸੋ ਉਹ ਬੂਰ ਉਹਨੂੰ ਕਾਈ ਕਿਹਾ ਜਾਂਦਾ ਹੈ। ਜਦੋਂ ਗਿਆਨ ਜਿਹੜਾ ਆ ਅੰਦਰ ਜੋ ਮਾੜਾ ਮੋਟਾ ਗਿਆਨ ਹੈ ਉਹਨੂੰ ਅਸੀਂ ਕੈਦ ਕਰ ਲਿਆ, ਇਹਦਾ ਤਾਂ ਪ੍ਰਵਾਹ ਚੱਲਣਾ ਚਾਹੀਦਾ। ਮਨ ਦੇ ਕੋਲ ਜਦੋਂ ਗਿਆਨ ਆਇਆ ਹਨ ਇਹਦਾ ਪ੍ਰਵਾਹ ਚਲਾਓ, ਇਹ ਝਰਨੇ ਚੱਲਣੇ ਚਾਹੀਦੇ। ਜੇ ਇਹ ਗਿਆਨ ਨੂੰ ਵੰਡੇਗਾ ਤਾਂ ਫਿਰ ਇਹਦਾ ਝਰਨਾ ਵੀ ਚੱਲੇਗਾ, ਫਿਰ ਕਾਈ ਨਹੀਂ ਜੰਮਦੀ ਕਦੀ। ਸੋ ਜੇ ਉਹਨੂੰ ਕੈਦ ਕਰਕੇ ਰੱਖ ਲਓ ਤਾਂ ਹੰਕਾਰ ਰੂਪ ਕਾਈ ਜੰਮਣੀ ਹੈ। ਮਨ ਦੇ ਉੱਪਰ ਹੰਕਾਰ ਰੂਪ ਕਾਈ ਜੰਮ ਜਾਂਦੀ। ਜੇ ਕਿਸੇ ਕੋਲ ਕੋਈ ਗੁਣ ਹੈ ਅਤੇ ਲੋਕ ਕਰਦੇ ਉਹ ਗੁਣ ਨੂੰ ਨਾ ਕੈਦ ਕਰਕੇ ਰੱਖਦੇ ਆ, ਉਹ ਫਿਰ ਹੰਕਾਰ ਦੀ ਕਾਈ ਜੰਮ ਜਾਂਦੀ ਹੈ। ਉਹ ਨਹੀਂ ਛੁੱਟਦੀ, ਉਹ ਤੋਂ ਨਹੀਂ ਬੰਦੇ ਦਾ ਛੁਟਕਾਰਾ ਹੁੰਦਾ। ਅਗਰ ਉਸ ਗੁਣ ਨੂੰ ਵੰਡ ਦਿਓ ਹੈ ਨਾ, ਉਹ ਜਿਹੜਾ ਗੁਣ ਆ ਉਸ ਗੁਣ ਨੂੰ ਵੰਡ ਦਿਓ। ਜੋ ਵੀ ਤੇਰੇ ਪਾਸ ਗੁਣ ਹੈ, ਅਵਗੁਣਾਂ ਨੂੰ ਤਾਂ ਦੱਬਣ ਦੀ ਕੋਸ਼ਿਸ਼ ਕਰੀਦੀ ਆ, ਗੁਣਾਂ ਨੂੰ ਵੰਡਣ ਦੀ ਕੋਸ਼ਿਸ਼ ਕਰੀਦੀ ਹੈ, ਅਤੇ ਫਿਰ ਕਦੀ ਮਨ ਦੇ ਉੱਤੇ ਕਾਈ ਨਹੀਂ ਜੰਮਦੀ ਹੈ ਕਹਿੰਦੇ। ਪਰ ਕੰਮ ਉਲਟ ਹੁੰਦਾ। ਮਹਾਰਾਜ ਕਹਿੰਦੇ ਮਗਨ ਰਹਿਓ ਮਾਇਆ ਮੈਂ ਨਿਸ ਦਿਨ। ਮਾਇਆ ਨੇ ਐਸੀ ਮੱਤ ਮਾਰੀ ਹੈ ਨਾ, ਬਸ ਉਹ 'ਚ ਮਗਨ ਹੋ ਗਿਆ। ਜੇ ਕੁਝ ਪੱਲੇ ਸੀ ਬਸ ਉਹਦੇ ਹੰਕਾਰ ਦੇ ਵਿੱਚ ਹੀ ਮਹਿਰਕੂ ਆ ਮੈਂ ਇੱਦਾਂ ਆ, ਜਿਹੜੇ ਆ ਆਪਣੀਆਂ ਗੱਲਾਂ ਆਪ ਸਿਫਤ ਕਰਨ ਲੱਗ ਪੈਂਦੇ, ਉਹਦੇ ਮਨ ਦੀ ਕਾਈ ਵਾਲੇ ਨੇ। ਜਦੋਂ ਮੇਰਾ ਮਨ ਆਪਣੀ ਸਿਫਤ ਆਪੇ ਕਰੀ ਜਾਵੇ, ਮੇਰੇ ਮਨ 'ਤੇ ਕਾਈ ਜੰਮ ਗਈ। ਮੈਨੂੰ ਫਿਕਰ ਹੋਣਾ ਚਾਹੀਦਾ, ਕਾਈ ਖਰਾਬ ਕਰੇਗੀ, ਮੈਂ ਖਰਾਬ ਕਰੇਗੀ ਮੈਨੂੰ। ਇਸ ਕਰਕੇ ਜੋ ਹੈ ਉਹਨੂੰ ਵੰਡਣਾ ਸ਼ੁਰੂ ਕਰ ਦਿਓ। ਕਾਈ ਕਿੱਥੋਂ ਜੰਮ ਜੂ, ਕਾਈ ਕਿੱਥੋਂ ਜੰਮ ਜੂ, ਫਿਰ ਨਹੀਂ ਕਾਈ ਜੰਮਦੀ ਹੈ। ਕਹਿ ਨਾਨਕ ਅਬ ਨਾਹੇ ਅਨੰਤ ਗਤ, ਬਿਨ ਹਰ ਕੀ ਸ਼ਰਨਾਈ। ਸੋ ਸਾਡਾ ਜਦੋਂ ਅਸੀਂ ਰੁਕ ਜਾਂਦੇ, ਸਾਡਾ ਅੰਦਰਲਾ ਗਿਆਨ ਜਦੋਂ ਰੁਕਿਆ ਨਾ, ਉਹਦੀ ਗਤੀ ਨਹੀਂ ਜਦੋਂ ਹੋਈ। ਗਤੀ ਹੁੰਦਾ ਮਤਲਬ ਚੱਲ ਪੈਣਾ, ਗਤ ਤੈਨੂੰ ਹੁਸ਼ਿਆਰੀ, ਅੰਦਰਲਾ ਗਿਆਨ ਚੱਲਣਾ ਚਾਹੀਦਾ। ਜੇ ਹਉਮੈ ਆ ਗਈ ਇਹ ਰੁਕ ਜਾਂਦਾ। ਹੁਣ ਗੁਰਬਾਣੀ ਦਾ ਹੀ ਗਿਆਨ ਹੈ, ਜੇ ਗੁਰਬਾਣੀ ਬਾਰੇ ਮੈਨੂੰ ਕੁਝ ਜਾਣਕਾਰੀ ਮਿਲ ਜਾਂ ਬਾਣੀ ਦਾ ਉਚਾਰਨ ਕਰਨਾ, ਸ਼ੁੱਧ ਉਚਾਰਨ ਕਰਨਾ, ਵਿਸ਼ਰਾਮ ਲਗਾ ਮਾਤਰਾ ਇਹਨਾਂ, ਸੋ ਇਹਦੇ 'ਤੇ ਪਹਿਰਾ ਦੇਣਾ ਗੁਣ ਹੈ। ਇਹਨੂੰ ਆਖਰੀ ਸਟੇਜ ਨਹੀਂ ਕਹਿ ਸਕਦੇ, ਇੱਕ ਗੁਣ ਕਹਿ ਸਕਦੇ ਵੀ ਗੁਣ ਹੈ, ਇੱਕ ਗੁਣ ਹੈ। ਸੋ ਅਗਰ ਇਹਦਾ ਹੰਕਾਰ ਹੋ ਗਿਆ, ਹੰਕਾਰ ਕਦੋਂ ਹੋਵੇਗਾ? ਜਦੋਂ ਮੈਂ ਬੰਨ੍ਹ ਕੇ ਬਹਿ ਗਿਆ ਵੀ ਮੈਨੂੰ ਜੋ ਮੈਨੂੰ ਆਉਂਦਾ ਹੈ ਨਾ ਉਹ ਕਿਸੇ ਨੂੰ ਨਹੀਂ ਆਉਂਦਾ। ਬੰਨ੍ਹ ਕੇ ਬਹਿ ਗਿਆ, ਮੈਂ ਆਪਣੇ ਆਪ ਨੂੰ ਬੰਨ੍ਹ ਲਿਆ, ਉਹ ਹੰਕਾਰ ਦੀ ਕਾਈ ਜੰਮ ਜਾਂਦੀ ਹੈ। ਕੋਈ ਵੀ ਗੁਣ ਲੈ ਲਓ, ਮਹਾਰਾਜ ਕਹਿੰਦੇ। ਸੋ ਜਦੋਂ ਆਪਣੇ ਆਪ ਨੂੰ ਹੰਕਾਰ ਕਰ ਲਿਆ ਅਤੇ ਫਿਰ ਅੰਦਰਲੇ ਗਿਆਨ ਦੀ ਕਦੀ ਗਤੀ ਨਹੀਂ ਹੁੰਦੀ, ਗਿਆਨ ਨਹੀਂ ਕਦੀ ਚੱਲਦਾ, ਅੰਦਰਲੀ ਅਵਸਥਾ ਨਹੀਂ ਕਦੀ ਬਣਦੀ, ਉੱਥੇ ਰੁਕ ਕੇ ਬਹਿ ਜਾਂਦਾ ਹੈ। ਅਤੇ ਜੇ ਹਉਮੈ ਤੋਂ ਛੁਟਕਾਰਾ ਪਾ ਲਿਆ, ਹਉਮੈ ਤੋਂ ਕਿੱਦਾਂ ਛੁਟਕਾਰਾ ਪਾਈਦਾ ਹੈ ਨਾ, ਉਦੋਂ ਮਨ ਨੂੰ ਕਹਿਣਾ ਮਨ ਤੂੰ ਮਤ ਮਾਣ ਕਰੇ ਕਿ ਹੌਂਕ 'ਚ ਜਾਣਦਾ, ਗੁਰਮੁਖ ਨਿਮਾਣਾ ਹੋਏ। ਉਦੋਂ ਇਹਨੂੰ ਇਹ ਕਹਿਣਾ ਪੈਂਦਾ ਤੈਨੂੰ ਕੱਖ ਨਹੀਂ ਆਉਂਦਾ ਮਨਾ ਮੂਰਖਾ, ਐਵੇਂ ਨਾ ਸਮਝੀ ਜਾ, ਹੰਕਾਰ ਨਾ ਕਰੀ ਜਾ। ਅਤੇ ਗੁਰੂ ਦੀ ਨਿਗਾਹ 'ਚ ਤੂੰ ਗੁਰਮੁਖ ਉਦੋਂ ਹੋਣਾ ਜਦੋਂ ਤੂੰ ਮਨ ਨੂੰ ਨੀਵਾਂ ਕਰੇਗਾ ਵੀ ਮੈਨੂੰ ਕੁਝ ਨਹੀਂ ਪਤਾ ਜੀ, ਮੈਂ ਮੂਰਖ ਕੀ ਕੇਤਕ ਬਾਤ ਹੈ। ਆਪਣੇ ਆਪ ਨੂੰ ਮੂਰਖ ਵੀ ਅਤੇ ਅਪਰਾਧੀ ਵੀ। ਕੋਟ ਅਪਰਾਧੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ। ਨਾ ਤੇ ਪੜ੍ਹਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ। ਮੈਂ ਬਾਣੀ ਸ਼ੁੱਧ ਪੜ੍ਹਦਾ ਜਾਂ ਅਸ਼ੁੱਧ ਪੜ੍ਹਦਾ ਕੋਈ ਨਹੀਂ, ਦਰਗਾਹ 'ਚ ਪਤਾ ਲੱਗ ਜੂ। ਜੇ ਦਰਗਾਹ ਜਦੋਂ ਉੱਥੇ ਪਤਾ ਲੱਗੇ ਹੀ ਜਾਣਾ, ਦਰਗਾਹ 'ਚ ਸਾਰਿਆਂ ਦੇ ਲਿਖੇ ਹੁੰਦੇ ਆ। ਦਰਗਾਹ ਦੇ ਵਿੱਚ ਇਕੱਲੇ ਇਕੱਲੇ ਸਾਹ ਦਾ ਲਿਖਾ ਹੁੰਦਾ ਹੈ, ਇਕੱਲੇ ਇਕੱਲੇ ਬੋਲ ਦਾ ਲਿਖਾ ਹੁੰਦਾ, ਇਕੱਲੇ ਇਕੱਲੇ ਕਰਮ ਦਾ ਲਿਖਾ ਹੁੰਦਾ ਹੈ। ਉੱਥੋਂ ਨਹੀਂ ਕੋਈ ਬਚ ਸਕਿਆ। ਪੜ੍ਹਿਆ ਅਤੇ ਓਮੀਆਂ, ਓਮੀਆਂ ਅਨਪੜ੍ਹ ਨੂੰ ਕਹਿੰਦੇ ਨੇ, ਕਹਿੰਦੇ ਵਿਚਾਰ ਅੱਗੇ ਵਿਚਾਰੀ। ਪਤਾ ਲੱਗ ਜਾਣਾ ਦਰਗਾਹ ਦੇ ਵਿੱਚ, ਔਰ ਜਾਣਾ ਸਾਰਿਆਂ ਨੇ, ਕਿਸੇ ਨੇ ਅੱਗੇ ਚੱਲ ਜਾਣਾ, ਕਿਸੇ ਨੇ ਪਿੱਛੇ ਚੱਲ ਜਾਣਾ। ਕਹਿੰਦੇ ਕਹਿ ਨਾਨਕ ਬਨਾਹੇ ਅਨੰਤ ਗਤ, ਕਿਸੇ ਪਾਸਿਓਂ ਵੀ ਬਈ ਕਿਸੇ ਜਿਹੜੀ ਅੰਦਰਲੀ ਗਤੀ ਨਾ ਕਿਸੇ ਪਾਸਿਓਂ ਪ੍ਰਾਪਤ ਨਹੀਂ ਹੋਣੀ। ਜਿੱਥੇ ਮਰਜ਼ੀ ਚੱਲ ਜਾ, ਜਿਵੇਂ ਮਰਜ਼ੀ ਟੱਕਰਾਂ ਮਾਰੀ ਜਾ, ਫਿਰ ਕਰਨਾ ਕੀ ਪਵੇਗਾ? ਕਹਿੰਦੇ ਹਰ ਕੀ ਸ਼ਰਣਾਈ ਵਿੱਚ ਆਉਣਾ ਪਵੇਗਾ, ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ।
ਉਦੋਂ ਆਪਾਂ ਸਮਰਪਣ ਕਰਨਾ ਹੁੰਦਾ ਹੈ ਵੀ ਮੈਨੂੰ ਕੁਝ ਨਹੀਂ ਪਤਾ, ਮੈਂ ਕੁਝ ਨਹੀਂ ਜਾਣਦਾ। ਫਿਰ ਉਹਨੂੰ ਕਿਹਾ ਜਾਂਦਾ ਸ਼ਰਨ ਵਿੱਚ ਆ ਗਿਆ। ਜੇ ਮੈਂ ਮੈਨੂੰ ਪਤਾ ਜੀ ਇੰਨਾ ਕੁ ਤਾਂ ਮੈਂ ਜਾਣਦਾ, ਫਿਰ ਹਰ ਕੀ ਸ਼ਰਣਾਈ ਨਹੀਂ ਹੈ। ਫਿਰ ਅੰਦਰਲੇ ਗਿਆਨ ਦੀ ਕਦੀ ਗਤੀ ਨਹੀਂ, ਅੰਦਰਲੇ ਗਿਆਨ ਦਾ ਕਦੀ ਵਾਧਾ ਨਹੀਂ ਹੋ ਸਕਦਾ। ਜਦੋਂ ਕਹਿੰਦਾ ਮੈਨੂੰ ਕੱਖ ਨਹੀਂ ਆਉਂਦਾ, ਕੁਝ ਨਹੀਂ ਆਉਂਦਾ, ਉਹਨੂੰ ਕਿਹਾ ਜਾਂਦਾ ਹਰ ਕੀ ਸ਼ਰਣਾਈ ਆ ਗਿਆ। ਫਿਰ ਅੰਦਰਲੇ ਗਿਆਨ ਦਾ ਵਾਧਾ ਹੁੰਦਾ ਹੈ। ਸੋ ਉਹ ਜਿਹੜਾ ਗਿਆਨ ਹੈ ਅੰਦਰਲਾ, ਅੱਖਰਾਂ ਦਾ ਮੁਥਾਜ ਨਹੀਂ ਹੈ। ਜਿੰਨਾ ਚਿਰ ਅੰਦਰ ਹਉਮੈ ਸੀ ਉਹਨਾਂ ਚਿਰ ਅੱਖਰਾਂ ਦਾ ਮੁਥਾਜ ਸੀ ਬੰਦੇ। ਮੈਂ ਪੜ੍ਹਿਆ, ਬੰਦਾ ਉਹਨੂੰ ਪੜ੍ਹ ਕੇ ਕਹਿੰਦਾ ਜੋ ਮੈਂ ਪੜ੍ਹਿਆ ਉਹ ਸੱਤ ਹੈ, ਉਹ ਰੈਫਰੈਂਸ ਦੇਵੇਗਾ ਫਲਾਣੇ ਨੇ ਇੱਦਾਂ ਲਿਖਿਆ, ਫਲਾਣੇ ਨੇ ਇੱਦਾਂ ਲਿਖਿਆ ਜੀ। ਸੋ ਉਹ ਅੱਖਰਾਂ ਦਾ ਮੁਥਾਜ ਹੈ। ਇਹਦਾ ਮਤਲਬ ਉਹਦਾ ਗਿਆਨ ਚੱਲਿਆ ਨਹੀਂ ਹੈ। ਜਦੋਂ ਅੰਦਰਲਾ ਗਿਆਨ ਚੱਲਦਾ ਅੱਖਰਾਂ ਦਾ ਮੁਥਾਜ ਨਹੀਂ ਹੁੰਦਾ। ਅੱਖਰ ਕਈ ਤਰ੍ਹਾਂ ਲੱਗ ਜਾਂਦੇ ਨੇ, ਉਹ ਅੱਖਰਾਂ ਦਾ ਭੰਡਾਰਾ ਹੀ ਨਹੀਂ ਉਹਦੇ ਕੋਲ ਖਤਮ ਹੁੰਦਾ। ਸੋ ਇੰਨੇ ਅੱਖਰ, ਇੰਨਾ ਸ਼ਿੰਗਾਰ ਉਸ ਦੇ ਗਿਆਨ ਦਾ ਬਣਦਾ ਜਾਂਦਾ। ਉਹ ਗਿਆਨ ਚੱਲ ਪਿਆ, ਪਰ ਹਰੀ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਗਿਆਨ ਨਹੀਂ ਅੰਦਰਲਾ ਕਦੀ ਚੱਲ ਸਕਦਾ ਹੈ। ਗੁਰੂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਮਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪੁਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ, ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਜਿਸ ਦੇਹ ਸੋ ਪਾਵੇਂ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ। ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ, ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ।
ਚੌਂਕੀਆਂ ਝੰਡੇ ਪੰਗੇ ਧਰਮ ਕਾ ਚਮਕਾਰ ਬੋਲੋ ਜੀ। ਸਿੱਖਾਂ ਦਾ ਮਨ ਗੁਨਾ ਮਤ ਉੱਚੀ ਮਤ ਕੱਟ ਕੇ ਰੱਖ ਰਾਮ ਰਾਏ। ਇਹ ਦੀਨ ਕੇ ਦਾਤੇ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੀ ਕਿਰਪਾ ਇਹ ਕਿਰਪਾਈ ਅੰਦਰ ਸਤਨੇਮ ਦੀਆਂ ਮਾਰਗਾਂ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਜਾਪ ਬਖਸ਼ਣਾ ਜੀ ਤਿਲ ਪਦ ਹਾਜ਼ਰ ਕਰ ਸੰਗਤਾਂ ਦੀਆਂ ਮਨੋ ਕਾਮਨਾਵਾਂ ਦਾਸਾਂ ਚੋਂ ਪ੍ਰਾਪਤ ਸਾਧੀਆਂ ਦੀ ਕਾਵਾਂ ਜਣੀ ਕਰੀ ਪਾਵਸਾ ਸੁਖੀ ਕਰਾਂਗਾ ਸੀਤ ਪਰਿਸ਼ਾਦ ਸੰਤਾਂ ਜੀ ਪਾਵਨ ਕਰੋ ਜੀ ਸਹੀ ਪਿਆਰੇ ਮੇਰੇ ਨਿਰਾਮਿਆਂ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਕਰੀ ਅਕਾਲ ਕੀ ਜਗੀ ਚਲਾਇਓ ਪੰਥ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮੰਨਿਆ ਗੁਰਾਂ ਕੀ ਦੇ ਕੋਮਲ ਉਚਾਰੈ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਵਾਰ ਹੋਈ ਸੰਭਲਾਈ ਬਚੇ ਚਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਨਿੰਦਾ ਕਰ ਸੇਨ ਜੀ ਵਾਹਿਗੁਰੂ ਆਰਿਓ ਕੱਢਾ ਜਾਕੇ ਹਾਥ ਮੈਂ ਕਰ ਕੀ ਸੋ ਹੈ ਸੀਸ ਮਰੀ ਰਖਿਆ ਕਰੀ ਕਰ ਕੀ ਚਾਰ ਜੁਗੀ ਬੋਲੇ ਸੋ ਰਿਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਜੀ ਵਾਹਿਗੁਰੂ ਜੀ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋੜ ਤਮਾਸ਼ਿਆ ਚਿਤ ਨਾ ਆਵਸਨਾ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛੁਤਾਨਿਆ ਬਿਨ ਪੂਰੇ ਗੁਰ ਦੇ ਫਿਰੈ ਸ਼ੈਤਾਨਿਆ ਬਿਨ ਪੂਰੇ ਗੁਰ ਦੇ ਫਿਰੈ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।